Hello, students. I am Manisha, your agriculture faculty. Welcome you all on our CBC online platform. Last time, guys, पटवारी एग्जाम 89 स्टूडेंट्स जो 72 स्टूडेंट्स की सिलेक्शन हुई है जो इस टाइम एज अ पटवारी जॉब भी कर ਰਹੇ ਹੈ ਸੋ ਅੱਜ ਆਪਾਂ ਐਗਰੀਕਲਚਰ ਦੇ ਕੁਝ ਵਨ ਲਾਈਨਰ ਟਾਈਪ ਕੁਐਸਚਨਸ ਡਿਸਕਸ ਕਰਾਂਗੇ ਜੋ ਕਿ ਤੁਹਾਡੇ ਐਗਜ਼ਾਮ ਦੇ ਪੁਆਇੰਟ ਆਫ View ਨਾਲ ਬਹੁਤ ਇੰਪੋਰਟੈਂਟ ਰਹਿਣਗੇ ਆਪਾਂ ਗਾਈਜ਼ ਜੋ MCQs ਆ ਪ੍ਰੋਪਰ ਡਿਟੇਲ ਵਾਈਜ਼ ਡਿਸਕਸ ਕਰਾਂਗੇ ਸੋ ਬਿਫੋਰ ਵੀ ਸਟਾਰਟ ਦਾ ਸੈਸ਼ਨ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਆਪਣੇ ਫਰੈਂਡਸ ਨਾਲ ਸ਼ੇਅਰ ਕਰਨਾ ਹੈ ਅਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਅੱਜ ਦਾ ਸੈਸ਼ਨ ਕਿੱਦਾਂ ਲੱਗਿਆ ਅਗਰ ਤੁਸੀਂ ਆਨਲਾਈਨ ਸਟੱਡੀ ਮਟੀਰੀਅਲ ਜਾਂ ਮੌਕ ਟੈਸਟ ਸੀਰੀਜ਼ ਚਾਹੁੰਦੇ ਹੋ ਤਾਂ ਸਾਡੀ ਆਫੀਸ਼ੀਅਲ ਵੈਬਸਾਈਟ 'ਤੇ ਵਿਜ਼ਿਟ ਕਰੋ that is www.cbcexamguru.in. Okay, as we move, so as you see that is CBC Exam Guru Android app. ਤੁਸੀਂ ਐਂਡਰੋਇਡ ਐਪ ਨੂੰ ਡਾਊਨਲੋਡ ਕਰ ਸਕਦੇ ਹੋ ਓਕੇ ਤਾਂ ਦੈਨ ਤੁਸੀਂ ਸਟੋਰ 'ਤੇ ਵਿਜ਼ਿਟ ਕਰਕੇ ਉੱਥੇ ਮੌਕ ਟੈਸਟ ਸੀਰੀਜ਼ ਹੋਣਗੀਆਂ ਉਹ ਪਰਚੇਜ਼ ਕਰ ਸਕਦੇ ਹੋ ਜਾਂ ਫਿਰ ਬਹੁਤ ਸਾਰੇ ਕ੍ਰੈਸ਼ ਕੋਰਸਿਸ ਜੋ ਅਵੇਲੇਬਲ ਹੈ ਉਹ ਪਰਚੇਜ਼ ਕਰ ਸਕਦੇ ਹੋ ਓਕੇ ਐਂਡ ਫਰਦਰ ਜੋ ਹੈ ਕੰਟੈਕਟ ਨੰਬਰ ਆਲਸੋ ਮੈਂਸ਼ਨ ਦੈਟ ਇਜ਼ 7814109600 ਅਤੇ ਕੰਟੈਕਟ ਕਰਕੇ ਤੁਸੀਂ ਜੋ ਹੈ ਇਨਫੋਰਮੇਸ਼ਨ ਅਵੇਲ ਕਰ ਸਕਦੇ ਹੋ ਕ੍ਰੈਸ਼ ਕੋਰਸਿਸ ਦੀ ਐਂਡ ਆਲਸੋ ਅਵਰ ਟੈਲੀਗ੍ਰਾਮ ਚੈਨਲ ਦੈਟ ਇਜ਼ CBC ਐਗਜ਼ਾਮ ਗੁਰੂ ਉਹ ਤੁਸੀਂ ਜੁਆਇਨ ਕਰ ਸਕਦੇ ਹੋ ਗਾਈਜ਼ PDFs ਜੋ ਹੈ ਤੁਹਾਨੂੰ ਜਿਹੜੇ ਟੈਲੀਗ੍ਰਾਮ ਚੈਨਲ 'ਤੇ ਅਵੇਲੇਬਲ ਹੁੰਦੀਆਂ ਰਹਿਣਗੀਆਂ ਓਕੇ ਐਂਡ ਜੋ ਲਿੰਕ ਹੈ ਟੈਲੀਗ੍ਰਾਮ ਚੈਨਲ ਦਾ ਉਹ ਡਿਸਕ੍ਰਿਪਸ਼ਨ ਬਾਕਸ ਅਵੇਲੇਬਲ ਹੈ ਤੁਸੀਂ ਉਹ ਚੈੱਕ ਥਰੂ ਕਰ ਸਕਦੇ ਹੋ ਐਂਡ ਜਿਹੜਾ ਚੈਨਲ ਹੈ ਉਹ ਜੁਆਇਨ ਕਰ ਸਕਦੇ ਹੋ ਐਜ਼ ਯੂ ਸੀ ਅਵਰ ਫਰਸਟ ਕੁਐਸਚਨ that is the pollinator of mango is ਪੋਲੀਨੇਟਰ ਕਿਹੜਾ ਹੈ ਮੈਂਗੋ ਦਾ ਦੇਖੋ ਮੈਂਗੋ ਦੇ ਵਿੱਚ ਜਿਹੜੀ ਪੋਲੀਨੇਸ਼ਨ ਹੈ ਉਹ ਕੌਣ ਕਰਦਾ ਪੋਲੀਨੇਸ਼ਨ ਹੋਊਗੀ ਜਿਹੜੀ ਹੈ ਤਾਂ ਹੀ ਜਿਹੜਾ ਆਪਣਾ ਫਰੂਟ ਤਿਆਰ ਹੋਊਗਾ ਮੈਂਗੋ ਬਣੂਗਾ ਠੀਕ ਹੈ ਪੋਲੀਨੇਸ਼ਨ ਕੀ ਹੈ ਕਿ ਮੇਲ ਦੇ ਪਾਰਟ ਜਿਹੜੇ ਫੀਮੇਲ ਦੇ ਅੰਦਰ ਜਾਣਾ ਐਂਡ ਉਹਦੇ ਨਾਲ ਜਿਹੜਾ ਹੈ ਜਿਹੜੇ ਗੇਮੇਟੋਸਿਸ ਹੋਣਾ ਠੀਕ ਹੈ ਮੇਲ ਪਾਰਟਸ ਐਂਡ ਫੀਮੇਲ ਪਾਰਟ ਦੀ ਜਿਹੜੀ ਗੇਮੇਟੋਸਿਸ ਹੋਣਾ ਐਂਡ ਉਹਦੇ ਤੋਂ ਜਿਹੜੀ ਹੈ ਪੋਲੀਨੇਸ਼ਨ ਹੋ ਕੇ ਜਿਹੜਾ ਫੀਮੇਲ ਪਾਰਟ ਜਿਹੜਾ ਇੱਕ ਪ੍ਰੋਡਿਊਸ ਕਰੂਗਾ ਫਲਾਰ ਤੋਂ ਆਪਣਾ ਫਰੂਟ ਪ੍ਰੋਡਿਊਸ ਹੋਊਗਾ ਉਹਦੇ ਤੋਂ ਜਿਹੜਾ ਹੈਗਾ ਆਪਣਾ ਮੈਂਗੋ ਪ੍ਰੋਡਿਊਸ ਹੋਊਗਾ ਤਾਂ ਉਹ ਕਿਸੇ ਮਤਲਬ ਏਜੰਟ ਦੇ ਥਰੂ ਹੁੰਦਾ ਦੈਟ ਇਜ਼ ਆਪਾਂ ਕਹਿ ਸਕਦੇ ਹਾਂ ਕਿਸੇ ਵੀ ਇਨਸੈਕਟ ਪੈਸਟ ਦੇ ਥਰੂ ਹੁੰਦਾ ਦੈਟ ਇਜ਼ ਹਾਊਸ ਫਲਾਈ ਜਿਹੜੀ ਹਾਊਸ ਫਲਾਈ ਹੈ ਉਹ ਐਜ਼ ਅ ਪੋਲੀਨੇਟਿੰਗ ਏਜੰਟ ਹੈ ਕਾਹਦਾ ਮੈਂਗੋ ਦਾ ਅਤੇ ਪੋਲੀਨੇਸ਼ਨ ਕੌਣ ਕਰਾਉਂਦਾ ਜਿਹੜਾ ਹੈ ਹਾਊਸ ਫਲਾਈ ਕਰਾਉਂਦਾ ਠੀਕ ਹੈ ਤਾਂ ਇਹ ਬਹੁਤ ਸਾਰੇ ਜਿਵੇਂ ਆਪਣੀ ਹੁੰਦੇ ਹਨੀ ਬੀਜ਼ ਉਹ ਤਾਂ ਬਹੁਤ ਸਾਰੇ ਜਿਹੜੇ ਹੈ ਆਪਾਂ ਕਹਿ ਸਕਦੇ ਹਾਂ ਫਰੂਟਸ ਦਾ ਵੈਜੀਟੇਬਲਸ ਦਾ ਕ੍ਰੋਪਸ ਦਾ ਪੋਲੀਨੇਟਰ ਹੈ ਠੀਕ ਹੈ ਪੋਲੀਨੇਸ਼ਨ 'ਚ ਹੈਲਪ ਕਰਦੀ ਆ ਤਾਂ ਇਹ ਜਿਹੜਾ ਹੈ ਮੈਂਗੋ ਦੇ ਵਿੱਚ ਪੋਲੀਨੇਸ਼ਨ ਕੌਣ ਕਰਦਾ ਹਾਊਸ ਫਲਾਈ ਠੀਕ ਹੈ ਹਾਊਸ ਫਲਾਈ ਕਰੇਗੀ ਮੈਂਗੋ ਦੇ ਵਿੱਚ ਪੋਲੀਨੇਸ਼ਨ ਯਾਦ ਰੱਖਣਾ ਨੈਕਸਟ ਫਰੂਟ ਡ੍ਰੌਪ ਇਨ ਮੈਂਗੋ ਕੰਟਰੋਲਡ ਬਾਏ ਜਿਹੜੀ ਫਰੂਟ ਡ੍ਰੌਪਿੰਗ ਹੋ ਰਹੀ ਹੈ ਮੈਂਗੋ ਦੇ ਵਿੱਚ ਉਹਨੂੰ ਕੰਟਰੋਲ ਕਿਵੇਂ ਕਰ ਸਕਦੇ ਹਾਂ ਦੇਖੋ ਕਈ ਵਾਰ ਪ੍ਰੀ ਮੈਚਿਓਰ ਫਰੂਟ ਡ੍ਰੌਪਿੰਗ ਹੋਣ ਲੱਗ ਜਾਂਦੀ ਹੈ ਹਲੇ ਫਰੂਟ ਪ੍ਰੋਪਰਲੀ ਮੈਚਿਓਰ ਨਹੀਂ ਹੋਇਆ ਉਦੋਂ ਪਹਿਲਾਂ ਜਿਹੜੀ ਹੈ ਆਪਾਂ ਕਹਿੰਦੇ ਹਾਂ ਫਰੂਟ ਡਿੱਗਣੇ ਸ਼ੁਰੂ ਹੋ ਜਾਂਦੇ ਆ ਦੈਟ ਇਜ਼ ਫਰੂਟ ਡ੍ਰੌਪ ਇਨ ਮੈਂਗੋ ਔਰ ਉਹ ਕੌਣ ਕੰਟਰੋਲ ਕਰਦਾ ਦੈਟ ਇਜ਼ 2,4-D ਇੱਕ ਇੱਦਾਂ ਦਾ ਇਹ ਗਰੋਥ ਹਾਰਮੋਨ ਹੈ ਠੀਕ ਹੈ ਗਰੋਥ ਹਾਰਮੋਨ ਹੈ ਕਿ ਕੰਟਰੋਲ ਕਰਦਾ ਜਿਹੜਾ ਫਰੂਟ ਦੀ ਡ੍ਰੌਪਿੰਗ ਕੰਟਰੋਲ ਕਰਦਾ ਮੈਂਗੋ ਦੇ ਵਿੱਚ ਦੈਟ ਇਜ਼ 2,4-D ਮੈਂਗੋ ਮਾਲਫੋਰਮੇਸ਼ਨ ਇਜ਼ ਕੰਟਰੋਲਡ ਬਾਏ ਮੈਂਗੋ ਦੇ ਵਿੱਚ ਜਿਹੜੀ ਮਾਲਫੋਰਮੇਸ਼ਨ ਹੁੰਦੀ ਹੈ ਉਹ ਕੌਣ ਕੰਟਰੋਲ ਕਰਦਾ ਕਿੱਦਾਂ ਕੰਟਰੋਲ ਹੁੰਦੀ ਹੈ ਦੈਟ ਇਜ਼ ਥਰੂ NAA ਨੈਪਥਲੀਨ ਐਸਟਿਕ ਐਸਿਡ ਇਹ ਵੀ ਗਰੋਥ ਹਾਰਮੋਨ ਹੈ ਨੈਪਥਲੀਨ ਐਸਟਿਕ ਐਸਿਡ ਮੈਂਗੋ ਦੇ ਵਿੱਚ ਮਾਲਫੋਰਮੇਸ਼ਨ ਦੀ ਕਿੱਦਾਂ ਦੀ ਪ੍ਰੋਬਲਮ ਹੁੰਦੀ ਹੈ ਇਹ ਮੈਂਗੋ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਕਿਸੇ ਇਹ ਤਰ੍ਹਾਂ ਦੀ ਕੋਈ ਫੰਗਸ ਹੈ ਉਹ ਜਿਹੜਾ ਹੈ ਡਿਸੀਜ਼ ਕਰਦੀ ਹੈ ਸੋ ਫੰਗਲ ਡਿਸੀਜ਼ ਹੈ ਓਕੇ ਤਾਂ ਇਹਦੇ ਵਿੱਚ ਜਿਹੜੀ ਅਬਨੋਰਮਲ ਗਰੋਥ ਹੋ ਜਾਂਦੀ ਹੈ ਫਰੂਟਸ ਦੀ ਫਲਾਵਰਸ ਦੀ ਲੀਵਸ ਦੀ ਸਟੈਮ ਦੀ ਇੱਕ ਅਬਨੋਰਮਲ ਜੀ ਗਰੋਥ ਦੇਖਣ ਨੂੰ ਮਿਲਦੀ ਹੈ ਮੈਂਗੋ ਮਾਲਫੋਰਮੇਸ਼ਨ ਦੇ ਵਿੱਚ ਔਰ ਇਹਨੂੰ ਕੰਟਰੋਲ ਕਰਨ ਵਾਸਤੇ ਆਪਾਂ NAA ਦੀ ਸਪਰੇਅ ਕਰਦੇ ਹਾਂ ਨੈਪਥਲੀਨ ਐਸਟਿਕ ਐਸਿਡ ਠੀਕ ਹੈ ਨੈਪਥਲੀਨ ਐਸਟਿਕ ਐਸਿਡ ਦੀ ਆਪਾਂ ਸਪਰੇਅ ਕਰਦੇ ਹਾਂ ਦੈਟ ਇਜ਼ ਗਰੋਥ ਹਾਰਮੋਨ ਗਰੋਥ ਪ੍ਰਮੋਟਿੰਗ ਹਾਰਮੋਨ ਹੈਗਾ ਇੱਦਾਂ ਦਾ ਦੈਟ ਇਜ਼ ਨੈਪਥਲੀਨ ਐਸਟਿਕ ਐਸਿਡ ਅਤੇ ਮੈਂਗੋ ਦੇ ਵਿੱਚ ਜਿਹੜੀ ਮਾਲਫੋਰਮੇਸ਼ਨ ਦੀ ਪ੍ਰੋਬਲਮ ਹੈ ਉਹਨੂੰ ਕੰਟਰੋਲ ਕਰਦਾ ਇਹ ਓਕੇ ਗਾਈਜ਼ ਆਈ ਹੋਪ ਸਭ ਨੂੰ ਸੈਸ਼ਨ ਅੱਛਾ ਲੱਗ ਰਿਹਾ ਹੋਏਗਾ ਸਾਰੇ ਕੁਐਸਚਨ ਜੋ ਤੁਹਾਡੇ ਐਗਜ਼ਾਮ ਓਰੀਐਂਟਡ ਹੈ ਗਾਈਜ਼ ਕੋਈ ਵੀ ਕੁਐਸਚਨ ਇਹਨਾਂ 'ਚੋਂ ਆ ਸਕਦਾ
ਇੰਟਰਨਲ ਫੂਡ ਨੈਕਰੋਸਿਸ ਇਜ਼ ਡਿਊ ਟੂ, ਜਿਹੜਾ ਇੰਟਰਨਲੀ ਜਿਹੜਾ ਫਰੂਟ ਦੀ ਨੈਕਰੋਸਿਸ ਹੋ ਰਹੀ ਆ, ਕਿੱਦਾਂ ਹੋ ਰਹੀ ਹੈ, ਦੈਟ ਇਜ਼ ਬੋਰਨ ਡੈਫੀਸ਼ੀਐਂਸੀ ਕਰਕੇ, ਠੀਕ ਹੈ। ਕੋਈ ਅੰਦਰੋਂ ਫਰੂਟ ਦੇ ਅੰਦਰੋਂ ਦੀ ਨੈਕਰੋਸਿਸ ਹੋ ਰਹੀ ਹੈ, ਖਰਾਬ ਹੋ ਰਿਹਾ, ਠੀਕ ਹੈ, ਗਲ ਰਿਹਾ, ਤਾਂ ਇਹ ਜਿਹੜੀ ਬੋਰਨ ਦੀ ਕਮੀ ਕਰਕੇ ਆਮ ਦੇਖਣ ਨੂੰ ਮਿਲਦੀ ਆ, ਠੀਕ ਹੈ। ਤੁਹਾਨੂੰ ਜਿਹੜਾ ਬੋਰਨ ਹੈ ਉਹ ਸਪਲਾਈ ਕਰਨਾ ਪਊਗਾ, ਉਹਦੇ ਨਾਲ ਜਿਹੜਾ ਹੈ ਆਪਣਾ ਫਰੂਟ ਸਹੀ ਹੋ ਜਾਊਗਾ, ਨਿਕਰੋਸਿਸ ਦੀ ਪ੍ਰੋਬਲਮ ਕਰੈਕਟ ਹੋ ਜੂਗੀ। ਜੇ ਬੋਰਨ ਦੀ ਕਮੀ ਆ ਗਈ ਫਿਰ ਜਿਹੜਾ ਇੱਦਾਂ ਦੀ ਪ੍ਰੋਬਲਮ ਦੇਖਣ ਨੂੰ ਮਿਲਦੀ ਹੈ, ਠੀਕ ਹੈ। ਫਰੂਟ ਕਰੈਕਿੰਗ ਵਗੈਰਾ ਵੀ ਬੋਰਨ ਦੀ ਡੈਫੀਸ਼ੀਐਂਸੀ ਕਰਕੇ ਹੁੰਦਾ, ਫਰੂਟ ਦੇ ਵਿੱਚ ਨੈਕਰੋਸਿਸ ਵਗੈਰਾ ਹੋ ਰਿਹਾ, ਤਾਂ ਇਹ ਵੀ ਪ੍ਰੋਬਲਮ ਸਾਰੀ ਬੋਰਨ ਕਰਕੇ ਹੁੰਦਾ, ਕਿਉਂਕਿ ਬੋਰਨ ਰਿਸਪੋਂਸੀਬਲ ਹੁੰਦਾ ਕੁਆਲਿਟੀ ਆਫ ਫਰੂਟਸ 'ਤੇ, ਫੂਡ ਦੀ ਕੁਆਲਿਟੀ ਇਨਕਰੀਜ਼ ਕਰਨ ਵਾਸਤੇ ਰਿਸਪੋਂਸੀਬਲ ਹੁੰਦਾ। ਇਸ ਕਰਕੇ ਅਗਰ ਇਹਦੀ ਡੈਫੀਸ਼ੀਐਂਸੀ ਆ ਜਾਏ, ਫਰੂਟ 'ਚ ਨੈਕਰੋਸਿਸ ਦੀ, ਫਰੂਟ 'ਚ ਕਰੈਕਿੰਗ ਦੀ ਪ੍ਰੋਬਲਮ ਆ ਜਾਂਦੀ ਹੈ। ਓਕੇ, ਨੈਕਸਟ, ਦਾ ਬੋਟੈਨੀਕਲ ਨੇਮ ਆਫ ਗਾਵਾ। ਗਾਵਾ ਦਾ ਬੋਟੈਨੀਕਲ ਨੇਮ ਕੀ ਹੈ, ਠੀਕ ਹੈ, ਅਮਰੂਦ ਦਾ, ਦੈਟ ਇਜ਼ ਪਿਸੀਡੀਅਮ ਗੁਆਜਾਵਾ। ਪਿਸੀਡੀਅਮ ਗੁਆਜਾਵਾ, ਪਿਸੀਡੀਅਮ ਗੁਆਜਾਵਾ ਜਿਹੜਾ ਹੈ ਇੱਕ ਇੱਦਾਂ ਦਾ ਬੋਟੈਨੀਕਲ ਨੇਮ ਹੈ ਗਾਵਾ ਦਾ। ਦੇਖੋ ਤੁਹਾਨੂੰ ਦੇਖਣ ਨੂੰ ਮਿਲ ਜਾਏਗਾ, ਜਿਵੇਂ ਮੈਂਗੋ ਹੈ ਉਹਦਾ ਈਜ਼ੀ ਹੁੰਦਾ ਮੈਂਗੀਫੇਰਾ ਇੰਡੀਕਾ, ਐਂਡ ਗਾਵਾ ਹੈ ਉਹਦਾ ਪਿਸੀਡੀਅਮ ਗੁਆਜਾਵਾ, ਠੀਕ ਹੈ, ਪਿਸੀਡੀਅਮ ਗੁਆਜਾਵਾ। ਓਰੀਜਨ ਆਫ ਪਪਾਇਆ, ਪਪਾਇਆ ਦਾ ਓਰੀਜਨ ਪਲੇਸ ਕਿਹੜਾ ਹੈ, ਕਿੱਥੋਂ ਜਿਹੜਾ ਹੈ ਪਪਾਇਆ ਓਰੀਜਨੇਟ ਹੁੰਦਾ। ਪਪਾਇਆ ਦਾ ਓਰੀਜਨ ਪਲੇਸ ਹੈ, ਦੇਖੋ ਅਲੱਗ ਅਲੱਗ ਓਰੀਜਨ ਪਲੇਸ ਹੁੰਦੇ ਆ, ਕਈਆਂ ਦੇ ਓਰੀਜਨ ਪਲੇਸ ਅਫਰੀਕਾ ਹੈ, ਕਈਆਂ ਦਾ ਅਮੈਰੀਕਾ ਹੈ, ਪੀਰੂ ਹੈ, ਆਸਟ੍ਰੇਲੀਆ, ਕਈਆਂ ਦਾ ਓਰੀਜਨ ਪਲੇਸ ਇੰਡੀਆ ਹੁੰਦਾ। ਤਾਂ ਇਹ ਅਲੱਗ ਅਲੱਗ ਓਰੀਜਨ ਪਲੇਸਿਸ ਹੁੰਦੇ ਆ, ਠੀਕ ਹੈ। ਜਿਹੜਾ ਪਪੀਤਾ ਹੈ ਉਹਦਾ ਓਰੀਜਨ ਪਲੇਸਿਸ ਕਿਹੜਾ ਹੈ, ਟ੍ਰੋਪੀਕਲ ਅਮੈਰੀਕਾ। ਓਰੀਜਨ ਪਲੇਸ ਆਫ ਪਪਾਇਆ ਦੈਟ ਇਜ਼ ਪਪੀਤਾ, ਇਹਦਾ ਓਰੀਜਨ ਪਲੇਸ ਕਿਹੜਾ ਹੈ, that is tropical America. Tropical America is the origin place of papaya. Okay guys, any doubt? देखो डाउट नहीं होना चाहिए ਤੁਹਾਨੂੰ ਕੋਈ, ਤੁਸੀਂ ਕਲੀਅਰ ਕਰ ਲਿਆ ਕਰੋ। आई होप सब ਨੂੰ ਸੈਸ਼ਨ ਅੱਛਾ ਲੱਗ ਰਿਹਾ ਹੋਏਗਾ। ਯੈਲੋ ਪਿਗਮੈਂਟ ਇਨ ਪਪਾਇਆ, ਦੇਖੋ ਪਿਗਮੈਂਟ ਹੁੰਦਾ ਹਰ ਚੀਜ਼ ਦੇ ਵਿੱਚ, ਲਾਈਕ ਰੈੱਡ ਕਲਰ ਹੈ ਐਪਲ ਦੇ ਵਿੱਚ, ਇਜ਼ ਡਿਊ ਟੂ ਐਂਥੋਸਾਈਨਿਨ। ਰੈੱਡ ਕਲਰ ਟਮਾਟਰ ਦੇ ਵਿੱਚ, ਦਿਸ ਇਜ਼ ਡਿਊ ਟੂ ਲਾਈਕੋਪੀਨ। ਇੱਦਾਂ ਹੀ ਹੈ, ਹੁਣ ਯੈਲੋ ਕਲਰ ਹੈ ਪਪੀਤੇ ਵਿੱਚ, ਦੈਟ ਇਜ਼ ਕੈਰੀਕਾਐਗਜ਼ੈਂਥਿਨ, ਦੈਟ ਇਜ਼ ਡਿਊ ਟੂ ਕੈਰੀਕਾਐਗਜ਼ੈਂਥਿਨ। ਕੈਰੀਕਾਐਗਜ਼ੈਂਥਿਨ ਕਰਕੇ ਹੁੰਦਾ ਰੈੱਡ ਕਲਰ in papaya, that is due to caricaxanthin. Caricaxanthin. Next, best suited variety for high density planting of papaya. ਹਾਈ ਡੈਂਸਿਟੀ ਜਿਹੜੀ ਪਲਾਂਟਿੰਗ ਹੁੰਦੀ ਹੈ, ਇਹਦਾ ਮਤਲਬ ਹੁੰਦਾ ਕਿ ਆਪਾਂ ਥੋੜ੍ਹੇ ਏਰੀਆ ਦੇ ਵਿੱਚ ਆਪਾਂ ਜ਼ਿਆਦਾ ਤੋਂ ਜ਼ਿਆਦਾ ਜਿਹੜੀਆਂ ਕ੍ਰੋਪਸ ਲਗਾਉਣੀਆਂ ਹੁੰਦੀਆਂ, ਠੀਕ ਹੈ। ਥੋੜ੍ਹੇ ਏਰੀਆ ਦੇ ਵਿੱਚ ਆਪਾਂ ਜ਼ਿਆਦਾ ਤੋਂ ਜ਼ਿਆਦਾ ਜਿਹੜੀਆਂ ਕ੍ਰੋਪਸ ਆਪਾਂ ਵੱਧ ਤੋਂ ਵੱਧ ਜਿਹੜੀ ਅਕੋਮੋਡੇਸ਼ਨ ਕਰਨੀ ਹੁੰਦੀ ਹੈ, ਦੈਟ ਇਜ਼ ਬੈਸਟ ਸੂਟੇਬਲ ਵਰਾਇਟੀ ਫॉर ਹਾਈ ਡੈਂਸਿਟੀ ਪਲਾਂਟਿੰਗ ਆਫ ਪਪਾਇਆ। ਹਾਈ ਡੈਂਸਿਟੀ ਪਲਾਂਟਿੰਗ ਦੇ ਵਿੱਚ ਹੁੰਦਾ ਕਿ ਤੁਸੀਂ ਵਰਾਇਟੀ ਛੋਟੀ ਹੁੰਦੀ ਆ, ਇੱਦਾਂ ਦੀ ਵਰਾਇਟੀ ਆਪਾਂ ਚੂਜ਼ ਕਰਦੇ ਹਾਂ ਕਿ ਜਿਹੜਾ ਸਾਈਜ਼ ਜਿਹਨਾਂ ਦਾ ਛੋਟਾ ਹੁੰਦਾ ਪਲਾਂਟਸ ਦਾ, ਔਰ ਇੱਕ ਉਹਨੇ ਆਪਾਂ ਕਹਿ ਸਕਦੇ ਹਾਂ ਉਹਨੇ ਬਾਗ ਦੇ ਵਿੱਚ ਜਿਹੜਾ ਵੱਧ ਤੋਂ ਵੱਧ ਜਿਹੜੇ ਪਲਾਂਟ ਆ ਜਾਂਦੇ ਆ, ਤਾਂ ਇਹਨੂੰ ਹਾਈ ਡੈਂਸਿਟੀ ਪਲਾਂਟਿੰਗ ਕਹਿੰਦੇ ਆ। ਤਾਂ ਇਹਦੇ ਵਿੱਚ ਆਪਾਂ ਕਿਹੜੀ ਵਰਾਇਟੀ ਪਪੀਤੇ ਦੀ ਲੈਣੀ ਹੈ, ਪੂਸਾ ਨੰਨਹਾ। ਪੂਸਾ ਨੰਨਾ ਇੱਕ ਤਰ੍ਹਾਂ ਦੀ ਜਦੋਂ ਹਾਈ ਡੈਂਸਿਟੀ ਪਲਾਂਟਿੰਗ ਲੈਣੀ ਕਿ ਜ਼ਿਆਦਾ ਤੋਂ ਜ਼ਿਆਦਾ ਪਲਾਂਟਸ ਅਕੋਮੋਡੇਟ ਕਰਨੇ ਆ ਇੱਕ ਬਾਗ ਦੇ ਵਿੱਚ, ਐਂਡ ਛੋਟੇ ਪਲਾਂਟਸ ਲੈਣ ਤਾਂ ਪੂਸਾ ਨੰਨਹਾ ਵਰਾਇਟੀ ਲਾਈ ਜਾਂਦੀ ਹੈ। ਇਹ ਰੋ ਟੂ ਰੋ ਡਿਸਟੈਂਸ 1.25 ਮੀਟਰ ਐਂਡ ਪਲਾਂਟ ਟੂ ਪਲਾਂਟ ਡਿਸਟੈਂਸ ਵੀ 1.25 ਮੀਟਰ ਹੀ ਹੁੰਦਾ, ਠੀਕ ਹੈ। ਰੋ ਟੂ ਰੋ ਡਿਸਟੈਂਸ 1.25, ਪਲਾਂਟ ਟੂ ਪਲਾਂਟ ਡਿਸਟੈਂਸ 1.25 ਮੀਟਰ ਹੁੰਦਾ। ਪੂਸਾ ਨੰਨਹਾ ਇਜ਼ ਦਾ ਵਰਾਇਟੀ ਆਫ ਪਪਾਇਆ, ਪੂਸਾ ਨੰਨਹਾ, याद रखना है। फ्रूटिंग टाइम ऑफ पपाया, पपीता की फ्रूटिंग कदों होंदी है, जिहड़ी पपीते की फ्रूटिंग होंदी है वो फरवरी तो लैके जून तक जिहड़ी पपीता है उसकी फ्रूटिंग होंदी रहिंदी है, दैट इज़ फैब टू जून। फ्रूटिंग टाइम ऑफ पपाया इज़ फैब टू जून। फैब टू जून जिहड़ा है फ्रूटिंग टाइम है पपाया का, फैब तो लैके जून तक, ठीक है। फैब तो जून के महीने तक जिहड़ा फ्रूटिंग टाइम पपीता की होंदी है। नैक्सट, सिस्टम वेयर एग्रीकल्चर एंड फॉरेस्ट्री आर प्रैक्टाइज्ड आइदर सिमल्टेनियसली,
ਇਕੱਠੀਆਂ ਜਾਂ ਫਿਰ ਅਲੱਗ-ਅਲੱਗ ਔਨ ਦਾ ਸੇਮ ਯੂਨਿਟ ਆਫ ਲੈਂਡ ਦੇ ਉੱਪਰ, ਠੀਕ ਹੈ। ਜਾਂ ਤਾਂ ਮਤਲਬ ਕੀ ਹੈ, ਤੁਸੀਂ ਟਰੀਜ਼ ਲਾਏ ਆ ਉਹਦੇ ਥੱਲੇ ਹੀ ਤੁਸੀਂ ਕ੍ਰੋਪਸ ਲਾਈ ਜਾਂਦੇ ਹੋ, ਜਾਂ ਫਿਰ ਇੱਦਾਂ ਕਿ ਟਰੀਜ਼ ਅਲੱਗ ਲਗਾਏ ਹੋਏ ਆ ਕੁਛ ਲੈਂਡ 'ਤੇ, ਬਾਕੀ ਲੈਂਡ 'ਤੇ ਜਿਹੜਾ ਕ੍ਰੋਪਸ ਲੱਗੀਆਂ ਹੋਈਆਂ, ਠੀਕ ਹੈ। ਇੱਦਾਂ ਵੀ ਹੋ ਸਕਦਾ। ਅਤੇ ਇਹਨੂੰ ਕੀ ਕਹਿੰਦੇ ਆ, ਐਗਰੋ ਫੋਰੈਸਟਰੀ ਕਹਿੰਦੇ ਆ। ਐਗਰੋ ਦਾ ਮਤਲਬ ਹੈ ਕਿ ਕ੍ਰੋਪਸ ਹੈ, ਫੋਰੈਸਟਰੀ ਦਾ ਮਤਲਬ ਹੈ ਟਰੀਜ਼, ਠੀਕ ਹੈ। ਐਗਰੋ ਫੋਰੈਸਟਰੀ, ਐਗਰੋ ਦਾ ਮਤਲਬ ਕ੍ਰੋਪ, ਫੋਰੈਸਟਰੀ ਦਾ ਟਰੀਜ਼। ਤਾਂ ਇਹ ਐਗਰੋ ਫੋਰੈਸਟਰੀ ਕੀ ਹੁੰਦਾ ਹੈ ਕਿ ਜਿਹਦੇ ਵਿੱਚ ਐਗਰੀਕਲਚਰ ਅਤੇ ਫੋਰੈਸਟਰੀ ਦੋਨੋਂ ਮਿਲੇ ਹੋਏ ਆ, ਦੈਟ ਇਜ਼ ਐਗਰੋ ਫੋਰੈਸਟਰੀ। ਓਕੇ ਗਾਈਜ਼, ਨੈਕਸਟ ਐਗਰੋ ਫੋਰੈਸਟਰੀ ਇਜ਼ ਅ ਫੋਰਮ ਆਫ, ਐਗਰੋ ਫੋਰੈਸਟਰੀ ਕਾਹਦਾ ਫੋਰਮ ਹੈ? ਐਗਰੋ ਫੋਰੈਸਟਰੀ ਇੱਕ ਤਰ੍ਹਾਂ ਦੀ ਮਲਟੀਪਲ ਕ੍ਰੋਪਿੰਗ ਆ ਜਾਂਦੀ ਹੈ ਕਿ ਬਹੁਤ ਸਾਰੀਆਂ ਕ੍ਰੋਪਸ ਆਪਾਂ ਇੱਕ ਸਾਲ ਦੇ ਵਿੱਚ ਲੈ ਰਹੇ ਹਾਂ, ਦੈਟ ਇਜ਼ ਅ ਫੋਰਮ ਆਫ ਮਲਟੀਪਲ ਕ੍ਰੋਪਿੰਗ, ਠੀਕ ਹੈ। ਮੋਨੋਕ੍ਰੋਪਿੰਗ ਹੁੰਦੀ ਹੈ ਕਿ ਆਪਾਂ ਸਾਲ 'ਚ ਇੱਕੋ ਹੀ ਕ੍ਰੋਪ ਲੈ ਰਹੇ ਹਾਂ, ਐਂਡ ਮਲਟੀਪਲ ਕ੍ਰੋਪਿੰਗ ਹੁੰਦੀ ਹੈ ਕਿ ਆਪਾਂ ਸਾਲ 'ਚ ਜਿਹੜੀਆਂ ਹੈ ਦੋ ਤੋਂ ਜ਼ਿਆਦਾ ਵੱਧ ਕ੍ਰੋਪਸ ਜਿਹੜੀਆਂ ਇੱਕ ਸਾਲ ਦੇ ਵਿੱਚ ਆਪਾਂ ਲੈ ਰਹੇ ਹਾਂ, ਦੈਟ ਇਜ਼ ਮਲਟੀਪਲ ਕ੍ਰੋਪਿੰਗ। ਓਕੇ, ਐਗਰੋ ਫੋਰੈਸਟਰੀ ਇਜ਼ ਅ ਫੋਰਮ ਆਫ ਮਲਟੀਪਲ ਕ੍ਰੋਪਿੰਗ। ਨੈਕਸਟ 12th ਕੁਐਸਚਨ। ਆਈ ਹੋਪ ਸਭ ਨੂੰ ਸੈਸ਼ਨ ਅੱਛਾ ਲੱਗ ਰਿਹਾ ਹੋਏਗਾ ਐਂਡ ਵਧੀਆ ਤਰੀਕੇ ਨਾਲ ਸਮਝ ਆ ਰਿਹਾ ਹੋਏਗਾ। ਦਾ ਏਰੀਆ ਅੰਡਰ ਫੋਰੈਸਟ ਲੈਂਡ ਇਨ ਇੰਡੀਆ, ਕਿੰਨਾ ਏਰੀਆ ਜਿਹੜਾ ਹੈਗਾ ਆਪਣਾ ਫੋਰੈਸਟ ਲੈਂਡ ਦੇ ਅੰਡਰ ਆ? ਅਪਰੋਕਸੀਮੇਟ ਮੈਂ ਕਹਿੰਦੀ ਹਾਂ 21% ਤੁਸੀਂ ਯਾਦ ਰੱਖਣਾ ਜਿਹੜਾ ਏਰੀਆ ਆਪਣਾ ਫੋਰੈਸਟ ਲੈਂਡ ਦੇ ਅੰਡਰ ਹੈਗਾ, ਠੀਕ ਹੈ। ਦੈਟ ਇਜ਼ 67 ਮਿਲੀਅਨ ਹੈਕਟੇਅਰਸ, ਜਾਂ ਕਹਿ ਸਕਦੇ ਹਾਂ 20.36% ਜਿਹੜਾ ਹੈ ਏਰੀਆ ਆਪਣਾ ਫੋਰੈਸਟ ਲੈਂਡ ਦੇ ਅੰਡਰ ਹੈ, ਠੀਕ ਹੈ। ਮਤਲਬ ਜਿੰਨਾ ਵੀ ਆਪਣਾ ਹੈਗਾ ਆਪਣੀ ਜੋਗ੍ਰਾਫੀਕਲ ਏਰੀਆ ਜਿੰਨਾ ਹੈਗਾ, ਆਪਾਂ ਕਹਿ ਸਕਦੇ ਹਾਂ ਵੀ ਇੰਨਾ ਜੋਗ੍ਰਾਫੀਕਲ ਏਰੀਆ ਹੁੰਦਾ ਕਿ ਜਿੱਥੇ ਤੁਸੀਂ ਕਲਟੀਵੇਸ਼ਨ ਕਰ ਸਕਦੇ ਹੋ। ਤਾਂ ਜੋਗ੍ਰਾਫੀਕਲ ਏਰੀਆ ਦੇ ਵਿੱਚੋਂ ਆਪਾਂ ਕਹਿੰਦੇ ਹਾਂ ਤੁਹਾਡੀ 21% ਹੀ ਇੱਦਾਂ ਦਾ ਏਰੀਆ ਜਿਹਦੇ ਉੱਤੇ ਜਿਹੜਾ ਹੈ ਆਪਾਂ ਫੋਰੈਸਟ ਗਰੋ ਕੀਤਾ ਹੋਇਆ, ਠੀਕ ਹੈ। ਟਰੀਜ਼ ਟਰੂਜ਼ ਗਰੋ ਕੀਤੇ ਹੋਏ ਆ, ਜੰਗਲ ਬਣਾਇਆ ਹੋਇਆ। ਤਾਂ ਅਪਰੋਕਸੀਮੇਟ 21% ਦੇ ਨਜ਼ਦੀਕ ਹੈਗਾ, 20.36% ਜਿਹੜਾ ਫੋਰੈਸਟ ਏਰੀਆ ਦੇ ਅੰਡਰ ਹੈ, ਦੈਟ ਇਜ਼ 67 ਮਿਲੀਅਨ ਹੈਕਟੇਅਰਸ। ਨੈਕਸਟ ਇਜ਼ ਓਪਟੀਮਮ ਏਰੀਆ ਅੰਡਰ ਫੋਰੈਸਟ ਰਿਕੁਆਇਰਡ, ਕਿੰਨਾ ਰਿਕੁਆਇਰ ਹੈ? ਆਪਾਂ ਨੂੰ ਇਹ ਤਾਂ ਪਤਾ ਵੀ ਫੋਰੈਸਟ ਏਰੀਆ ਹੈਗਾ ਤਾਂ 21% ਦੇ ਨਜ਼ਦੀਕ ਹੈ, ਪਰ ਰਿਕੁਆਇਰ ਕਿੰਨਾ? ਦੈਟ ਇਜ਼ 33%, 33% ਹੋਣਾ ਚਾਹੀਦਾ। ਐਂਡ ਰਿਕੁਆਇਰਡ ਜਿਹੜਾ ਹੈਗਾ ਉਹ 33% ਹੈ, ਐਂਡ ਜਿਹੜਾ ਮੌਜੂਦ ਹੈ ਕਿੰਨਾ 21% ਦੇ ਨੇੜੇ ਆਪਾਂ ਕਹਿੰਦੇ ਹਾਂ ਹੈ, ਔਰ ਜਿਹੜਾ ਹੈ ਹੋਣਾ ਕਿੰਨਾ ਚਾਹੀਦਾ? 33% ਜਿਹੜਾ ਇਹ ਹੋਣਾ ਚਾਹੀਦਾ, ਠੀਕ ਹੈ। ਦੈਟ ਇਜ਼ 33% ਹੋਣਾ ਚਾਹੀਦਾ। ਐਂਡ ਹੈ ਕਿੰਨਾ ਆਪਣਾ 21% ਦੇ ਅਰਾਊਂਡ ਜਿਹੜਾ ਹੈ ਅਵੇਲੇਬਲ ਹੈ। ਨੈਕਸਟ ਕੰਟਰੀਬਿਊਸ਼ਨ ਆਫ ਫੋਰੈਸਟ ਪ੍ਰੋਡਕਟ ਇਨ ਵਰਲਡ GDP, ਕਿੰਨਾ ਕੰਟਰੀਬਿਊਸ਼ਨ ਹੈ ਫੋਰੈਸਟ ਪ੍ਰੋਡਕਟ ਦਾ, ਕਿੰਨਾ ਕੰਟਰੀਬਿਊਸ਼ਨ ਹੈ ਵਰਲਡ GDP ਦੇ ਵਿੱਚ? ਗ੍ਰੋਸ ਡੋਮੈਸਟਿਕ ਪ੍ਰੋਡਕਟ, ਮਤਲਬ ਫੋਰੈਸਟ ਦੇ ਪ੍ਰੋਡਕਟਸ ਦਾ ਕਿੰਨਾ ਕੰਟਰੀਬਿਊਸ਼ਨ ਹੈ GDP ਦੇ ਵਿੱਚ, ਆਪਣੀ ਗ੍ਰੋਸ ਡੋਮੈਸਟਿਕ ਪ੍ਰੋਡਕਟ ਦੇ ਵਿੱਚ ਜਿਹੜਾ ਹੈ ਫੋਰੈਸਟ ਦੇ ਪ੍ਰੋਡਕਟ ਦਾ ਕਿੰਨਾ ਕੰਟਰੀਬਿਊਸ਼ਨ ਹੈ? ਜਿੰਨੇ ਵੀ ਫੋਰੈਸਟ ਦੇ ਪ੍ਰੋਡਕਟਸ ਹੁੰਦੇ 1% ਕੰਟਰੀਬਿਊਸ਼ਨ ਹੈ ਫੋਰੈਸਟ ਪ੍ਰੋਡਕਟ ਦਾ ਵਰਲਡ ਦੀ GDP ਦੇ ਵਿੱਚ, ਪੂਰੇ ਇੰਡੀਆ ਦੀ ਨਹੀਂ ਪੂਰੇ ਵਰਲਡ ਦੀ GDP ਦੇ ਵਿੱਚ ਜਿਹੜਾ ਫੋਰੈਸਟ ਹੈ ਉਹਦਾ 1% ਕੰਟਰੀਬਿਊਸ਼ਨ ਹੈ GDP ਦੇ ਵਿੱਚ। ਇੰਡੀਅਨ ਫੋਰੈਸਟ ਐਕਟ ਵਾਜ਼ ਕਮ ਇਨ ਐਗਜ਼ਿਸਟੈਂਸ, ਜਿਹੜਾ ਇੰਡੀਅਨ ਫੋਰੈਸਟ ਐਕਟ ਹੈ ਕਦੋਂ ਐਗਜ਼ਿਸਟੈਂਸ ਦੇ ਵਿੱਚ ਆਇਆ ਸੀ? ਦੈਟ ਇਜ਼ ਇਨ ਦਾ 1927 ਦੇ ਵਿੱਚ ਐਗਜ਼ਿਸਟੈਂਸ 'ਚ ਆਇਆ ਸੀ। ਇੰਡੀਅਨ ਫੋਰੈਸਟ ਐਕਟ ਵਾਜ਼ ਕਮ ਇਨ ਐਗਜ਼ਿਸਟੈਂਸ ਇਨ 1927। ਇੰਡੀਅਨ ਫੋਰੈਸਟ ਐਕਟ ਜਿਹੜਾ ਹੈਗਾ ਕਦੋਂ ਐਗਜ਼ਿਸਟੈਂਸ 'ਚ ਆਇਆ ਸੀ? 1927। ਓਕੇ, 1927 ਦੇ ਵਿੱਚ ਜਿਹੜਾ ਹੈ ਆਪਣਾ ਇੰਡੀਅਨ ਫੋਰੈਸਟ ਐਕਟ ਬਣਿਆ ਸੀ, ਉਹ ਐਗਜ਼ਿਸਟੈਂਸ 'ਚ ਆਇਆ ਸੀ 1927 'ਚ। ਨੈਕਸਟ ਇੱਕ ਹੋਰ ਫੋਰੈਸਟਰੀ ਦੇ ਰਿਲੇਟਿਡ ਕੁਐਸਚਨ ਹੈ। ਦੇਖੋ ਗਾਈਜ਼ ਇਹ ਕੁਛ ਮੈਂ ਫੋਰੈਸਟਰੀ ਦੇ ਰਿਲੇਟਿਡ ਕੁਐਸਚਨਸ ਪਾਏ ਆ। ਐਜ਼ ਯੂ ਨੋ ਤੁਹਾਡੇ ਪਟਵਾਰੀ ਐਗਜ਼ਾਮ 'ਚ ਐਗਰੋ ਫੋਰੈਸਟਰੀ ਸਿਲੇਬਸ 'ਚ ਹੈ। ਸੋ ਐਗਰੋ ਫੋਰੈਸਟਰੀ ਦੇ ਰਿਗਾਰਡਿੰਗ ਤੁਹਾਨੂੰ ਕਿਸੇ ਤਰ੍ਹਾਂ ਦਾ ਵੀ MCQ ਆ ਸਕਦਾ, ਤਾਂ ਆਪਾਂ ਐਗਰੋ ਫੋਰੈਸਟਰੀ ਦੇ ਰਿਲੇਟਿਡ MCQs ਬਹੁਤ ਸਾਰੇ ਕਰ ਰਹੇ ਹਾਂ, ਤੁਸੀਂ ਇਹ ਧਿਆਨ ਨਾਲ ਕਰਨੇ ਕਿਉਂਕਿ ਤੁਹਾਡੇ ਐਗਜ਼ਾਮ ਓਰੀਐਂਟਿਡ ਹੈ। ਸੋ ਫੋਰੈਸਟ ਕੰਜ਼ਰਵੇਸ਼ਨ ਐਕਟ ਕਦੋਂ ਬਣਿਆ? ਇਹ ਬਣਿਆ ਸੀ 1980 ਦੇ ਵਿੱਚ। ਫੋਰੈਸਟ ਕੰਜ਼ਰਵੇਸ਼ਨ ਐਕਟ, ਫੋਰੈਸਟ ਕੰਜ਼ਰਵੇਸ਼ਨ ਐਕਟ ਕਦੋਂ ਬਣਿਆ ਸੀ? 1980 ਦੇ ਵਿੱਚ ਬਣਿਆ ਸੀ, ਦੈਟ ਇਜ਼ ਫੋਰੈਸਟ ਕੰਜ਼ਰਵੇਸ਼ਨ ਐਕਟ 1980।
1980 ਦੇ ਵਿੱਚ ਫੋਰਮ ਹੋਇਆ ਸੀ ਫੋਰੈਸਟ ਕੰਜ਼ਰਵੇਸ਼ਨ ਐਕਟ 1980। ਫੋਰੈਸਟ ਸਕੂਲ ਇਜ਼ ਅਸਟੈਬਲਿਸ਼ਡ ਐਟ, ਫੋਰੈਸਟ ਸਕੂਲ ਕਿੱਥੇ ਬਣਿਆ ਹੋਇਆ? ਫੋਰੈਸਟ ਸਕੂਲ ਬਣਿਆ ਹੋਇਆ ਦੇਹਰਾਦੂਨ ਦੇ ਵਿੱਚ, ਠੀਕ ਹੈ। FRI ਵੀ ਦੇਹਰਾਦੂਨ ਹੈ। ਫੋਰੈਸਟ ਰਿਸਰਚ ਇੰਸਟੀਚਿਊਟ ਹੈ ਇੱਕ, ਫੋਰੈਸਟ ਰਿਸਰਚ ਇੰਸਟੀਚਿਊਟ ਉਹ ਦੇਹਰਾਦੂਨ ਹੈ। ਹੋਰ ਫੋਰੈਸਟ ਸਕੂਲ ਕਿੱਥੇ ਸਟੈਬਲਿਸ਼ ਹੋਇਆ? ਫੋਰੈਸਟ ਸਕੂਲ ਇਸਟੈਬਲਿਸ਼ ਹੈ ਦੇਹਰਾਦੂਨ ਦੇ ਵਿੱਚ, ਠੀਕ ਹੈ। ਦੇਹਰਾਦੂਨ ਕਿੱਥੇ ਆ? ਉੱਤਰਾਖੰਡ ਸਟੇਟ ਦੇ ਵਿੱਚ ਜਿਹੜਾ ਦੇਹਰਾਦੂਨ ਸਟੇਟ ਹੈਗਾ। ਐਂਡ ਉਹ ਜਿਹੜਾ ਉੱਥੇ ਫੋਰੈਸਟ ਸਕੂਲ ਜਿਹੜਾ ਸਟੈਬਲਿਸ਼ ਹੋਇਆ। ਫੋਰੈਸਟ ਰਿਸਰਚ ਇੰਸਟੀਚਿਊਟ ਕਿੱਥੇ ਆ? ਉਹ ਵੀ ਦੇਹਰਾਦੂਨ ਉੱਤਰਾਖੰਡ ਹੀ ਹੈ। ਨੈਕਸਟ, ਦ ਵਨ ਮਹੋਤਸਵ ਡੇ ਇਨ ਇੰਡੀਆ ਇਜ਼ ਅਬਜ਼ਰਵਡ ਔਨ, ਇੱਕ ਵਨ ਮਹੋਤਸਵ ਡੇ ਹੈ, ਠੀਕ ਹੈ। ਉਹ ਇੰਡੀਆ ਦੇ ਵਿੱਚ ਕਦੋਂ ਅਬਜ਼ਰਵ ਕੀਤਾ ਜਾਂਦਾ? ਤਾਂ 1 ਜੁਲਾਈ, ਆਪਾਂ ਕਹਿ ਸਕਦੇ ਹਾਂ 1 ਜੁਲਾਈ ਨੂੰ ਜਿਹੜਾ ਹੈ, 1 ਜੁਲਾਈ ਨੂੰ ਆਪਾਂ ਵਨ ਮਹੋਤਸਵ ਡੇ ਜਿਹੜਾ ਸੈਲੀਬ੍ਰੇਟ ਕੀਤਾ ਜਾਂਦਾ 1 ਜੁਲਾਈ, ਵਨ ਮਹੋਤਸਵ ਡੇ। ਐਗਰੋ ਫੋਰੈਸਟਰੀ ਦਾ ਕੁਐਸਚਨ ਹੀ ਹੈ ਕਿ ਵਨ ਮਹੋਤਸਵ ਡੇ ਜਿਹੜਾ ਹੈ ਕਦੋਂ ਅਬਜ਼ਰਵ ਹੁੰਦਾ? ਦੈਟ ਇਜ਼ ਇਨ 1 ਜੁਲਾਈ। ਸਟੇਟ ਹੈਵਿੰਗ ਹਾਈਐਸਟ ਫੋਰੈਸਟ ਏਰੀਆ ਇਨ ਇੰਡੀਆ, ਇੱਦਾਂ ਦੀ ਸਟੇਟ ਜਿੱਥੇ ਸਭ ਤੋਂ ਜ਼ਿਆਦਾ ਫੋਰੈਸਟ ਏਰੀਆ ਹੈ ਇੰਡੀਆ ਦੇ ਵਿੱਚ। ਦੇਖੋ ਮੱਧ ਪ੍ਰਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਏਰੀਆ ਜਿਹੜਾ ਹੈ ਫੋਰੈਸਟ ਏਰੀਆ ਪਾਇਆ ਜਾਂਦਾ। ਹੋਰ ਮੱਧ ਪ੍ਰਦੇਸ਼ ਦੇ ਵਿੱਚ ਕੀ ਜ਼ਿਆਦਾ ਹੁੰਦੀਆਂ? ਪਲਸਿਸ, ਪਲਸਿਸ ਦੀ ਮਾਤਰਾ ਸਭ ਤੋਂ ਜ਼ਿਆਦਾ ਮੱਧ ਪ੍ਰਦੇਸ਼ ਦੇ ਵਿੱਚ ਹੈ। ਐਂਡ ਆਪਾਂ ਕਹਿ ਸਕਦੇ ਹਾਂ ਫੋਰੈਸਟ ਏਰੀਆ ਇਸ ਟਾਈਮ ਸਭ ਤੋਂ ਜ਼ਿਆਦਾ ਕਿੱਥੇ ਹੈ? ਦੈਟ ਇਜ਼ ਆਲਸੋ ਇਨ ਮੱਧ ਪ੍ਰਦੇਸ਼। ਫੋਰੈਸਟ ਟਾਈਪ ਫਾਊਂਡ ਮੈਕਸੀਮਮ ਇਨ ਇੰਡੀਆ, ਕਿੱਦਾਂ ਦਾ ਜਿਹੜਾ ਫੋਰੈਸਟ ਟਾਈਪ ਹੈ ਸਭ ਤੋਂ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਇੰਡੀਆ ਦੇ ਵਿੱਚ ਪਾਇਆ ਜਾਂਦਾ? ਟਰੋਪੀਕਲ ਡਰਾਈ ਡੈਸੀਡੀਅਸ ਫੋਰੈਸਟ। ਅਲੱਗ ਅਲੱਗ ਤਰ੍ਹਾਂ ਦੇ ਫੋਰੈਸਟ ਹੁੰਦਾ ਐਂਡ ਸਭ ਤੋਂ ਜ਼ਿਆਦਾ ਆਪਾਂ ਕਹਾਂਗੇ ਇੰਡੀਆ ਦੇ ਵਿੱਚ ਕਿੱਦਾਂ ਦੇ ਫੋਰੈਸਟ ਪਾਏ ਜਾਂਦੇ ਆ? ਦੈਟ ਇਜ਼ ਟਰੋਪੀਕਲ ਡਰਾਈ ਡੈਸੀਡੀਅਸ ਫੋਰੈਸਟ। ਟਰੋਪੀਕਲ ਡਰਾਈ ਡੈਸੀਡੀਅਸ ਫੋਰੈਸਟ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਪਾਏ ਜਾਂਦੇ ਆ ਟਰੋਪੀਕਲ ਡਰਾਈ ਡੈਸੀਡੀਅਸ ਫੋਰੈਸਟ। ਓਕੇ, ਟਰੋਪੀਕਲ ਡਰਾਈ ਡੈਸੀਡੀਅਸ ਫੋਰੈਸਟ। ਆਈ ਹੋਪ ਗਾइस ਸਭ ਨੂੰ ਸੈਸ਼ਨ ਬਹੁਤ ਅੱਛਾ ਲੱਗ ਰਿਹਾ ਹੋਏਗਾ। ਦੇਖੋ ਇਹ ਸਾਰੇ ਕੁਐਸਚਨ ਜੋ ਹੈ ਬਹੁਤ ਹੀ ਇੰਪੋਰਟੈਂਟ ਹੈ, ਤੁਹਾਡੇ ਐਗਜ਼ਾਮ ਰਿਲੇਟਿਡ ਹੈ, ਬਿਲਕੁਲ ਐਗਜ਼ਾਮ ਓਰੀਐਂਟਿਡ ਹੈ, ਠੀਕ ਹੈ। ਕਿਉਂਕਿ ਐਗਰੋ ਫੋਰੈਸਟਰੀ ਤੁਹਾਡਾ ਇੱਦਾਂ ਦਾ ਟੋਪਿਕ ਹੈ ਐਗਰੀਕਲਚਰ ਦਾ ਜੋ ਕਿ ਤੁਹਾਡੇ ਪਟਵਾਰੀ ਐਗਜ਼ਾਮ ਦੇ ਵਿੱਚ ਆਉਣਾ। ਤਾਂ ਇਹ ਕੁਐਸਚਨ ਤੁਹਾਡੇ ਲਈ ਬਹੁਤ ਇੰਪੋਰਟੈਂਟ ਰਹਿਣਗੇ। ਓਕੇ, ਤੁਸੀਂ ਬਹੁਤ ਅੱਛੇ ਤਰੀਕੇ ਨਾਲ ਇਹਨਾਂ ਨੂੰ ਦੇਖਣਾ। ਅਗਰ ਕਿਤੇ ਡਾਊਟ ਹੋ ਰਿਹਾ ਤਾਂ ਪਲੀਜ਼ ਤੁਸੀਂ ਪੋਜ਼ ਕਰਕੇ ਬੈਕ ਕਰਕੇ ਦੁਬਾਰਾ ਸੁਣਨਾ, ਤੁਹਾਨੂੰ ਅੱਛੇ ਤਰੀਕੇ ਨਾਲ ਪ੍ਰੋਪਰ ਸਾਰੇ MCQs ਡਿਟੇਲ ਵਾਈਜ਼ ਡਿਸਕਸ ਹੋ ਰਹੇ ਆ। ਐਂਡ PDF से ਤੁਸੀਂ ਗਾਈਜ਼ ਨੋ ਵਰੀਜ਼ ਐਟ ਆਲ। ਓਕੇ, ਤੁਹਾਨੂੰ PDF ਜੋ ਹੈ ਮਿਲ ਜਾਏਗੀ ਟੈਲੀਗ੍ਰਾਮ ਚੈਨਲ ਦੇ ਉੱਪਰ ਮਿਲ ਜਾਏਗੀ। ਤੁਸੀਂ ਕੀ ਕਰਨਾ ਉਹਨੂੰ ਜੁਆਇਨ ਕਰ ਲੈਣਾ, ਦੈਟ ਇਜ਼ CBC ਐਗਜ਼ਾਮ ਗੁਰੂ। ਐਂਡ ਜੋ ਲਿੰਕ ਹੈ ਡਿਸਕ੍ਰਿਪਸ਼ਨ ਬਾਕਸ ਅਵੇਲੇਬਲ ਹੈ। ਹੋਰ ਵੀ ਬਹੁਤ ਸਾਰੇ ਦੇਖੋ ਸੈਸ਼ਨਸ YouTube 'ਤੇ ਅਵੇਲੇਬਲ ਹੋ ਚੁੱਕੇ ਆ। ਅਪਰੋਕਸੀਮੇਟ ਮੈਂ ਕਹਿੰਦੀ ਹਾਂ 16 ਸੈਸ਼ਨਸ ਜਿਹੜੇ ਹੈ YouTube 'ਤੇ ਅਵੇਲੇਬਲ ਹੁੰਦੇ ਆ। ਡੇਲੀ ਜਿਹੜਾ ਹੈ ਇੱਕ ਸੈਸ਼ਨ ਅਵੇਲੇਬਲ ਹੋ ਗਿਆ। ਤਾਂ ਸੋ ਤੁਸੀਂ ਉਹ ਵਾਲੇ ਸੈਸ਼ਨਸ ਵੀ ਸਾਰੇ ਗੋ ਥਰੂ ਕਰਨੇ ਆ। ਓਕੇ, ਆਈ ਹੋਪ ਸਭ ਨੂੰ ਸੈਸ਼ਨ ਅੱਛਾ ਲੱਗ ਰਿਹਾ ਹੋਊਗਾ। ਯੂ ਆਲ ਗਾਈਜ਼ ਵੈਰੀ ਵੈਲ ਗॉट ਇਟ। ਨੈਕਸਟ, that is shifting cultivation। shifting cultivation causes, shifting cultivation ਕੀ ਹੁੰਦਾ? that is ਉਹ ਵਾਲੀ cultivation ਆਪਾਂ ਕਹਿ ਸਕਦੇ ਹਾਂ ਕਿ ਮੰਨ ਲਓ ਤੁਸੀਂ ਜਸਟ ਸਪੋਜ਼ ਕਿ ਤੁਹਾਡਾ ਫੋਰੈਸਟ ਲੱਗਿਆ ਹੋਇਆ ਸੀ, ਠੀਕ ਹੈ। ਫੋਰੈਸਟ ਤੁਹਾਡਾ ਲੱਗਿਆ ਹੋਇਆ ਸੀ ਅਤੇ ਤੁਸੀਂ ਫੋਰੈਸਟ 'ਤੇ ਕੀ ਕੀਤਾ ਕਿ ਉਹਨੂੰ ਫੋਰੈਸਟ ਦੀ ਪਹਿਲਾਂ ਕਟਿੰਗ ਕੀਤੀ, ਸਾਰੇ ਟਰੀਜ਼ ਜਿਹੜੇ ਹੈ ਉਹਨੂੰ ਕੱਟ ਤੇ ਫੋਰੈਸਟ ਲੈਂਡ ਦੇ ਉੱਪਰੋਂ, ਔਰ ਉਹਦੇ ਉੱਤੇ ਜਿਹੜਾ ਹੈ ਰਾਈਸ ਦੀ ਸੋਇੰਗ ਕਰਤੀ। ਆਪਾਂ ਰਾਈਸ ਦੀ ਸੋਇੰਗ ਕਰਤੀ ਫੋਰੈਸਟ ਲੈਂਡ ਦੇ ਉੱਪਰ, ਉਹਨਾਂ ਨੂੰ ਟਰੀਜ਼ ਨੂੰ ਕੱਟ ਕੇ। ਹੁਣ ਵਾਰ ਹਰ ਸਾਲ ਆਪਾਂ ਉੱਥੇ ਜਿਹੜੀ ਹੈ ਰਾਈਸ ਬੀਜੀ ਜਾਈ ਜਾਂਦੇ ਹਾਂ, ਠੀਕ ਹੈ। ਝੋਨਾ ਬੀਜੀ ਜਾਂਦੇ ਵਾਰ ਹਰ ਸਾਲ। ਜਦੋਂ ਆਪਾਂ ਹਰ ਸਾਲ ਇੱਕੋ ਹੀ ਕਰੋਪ ਉਹਦੇ ਤੋਂ ਲਈ ਜਾਂਦੇ ਹਾਂ ਤਾਂ ਉਹਦੀ ਕੀ ਸੋਇਲ ਦੀ ਫਰਟੀਲਿਟੀ ਜਿਹੜੀ ਹੈ ਲੋਅ ਹੋ ਗਈ। ਸੋਇਲ ਦੇ ਵਿੱਚ ਕੁਛ ਨਹੀਂ ਬਚਿਆ, ਸੋਇਲ ਦੀ ਫਰਟੀਲਿਟੀ ਲੋਸ ਹੋ ਗਈ, ਸਾਰੇ ਨਿਊਟ੍ਰੀਐਂਟਸ ਖਤਮ ਹੋ ਗਏ। ਫਿਰ ਤੁਸੀਂ ਕੀ ਹੈ ਲੈਂਡ ਸ਼ਿਫਟ ਕਰਤੀ, ਫਿਰ ਇੱਕ ਨਵੀਂ ਲੈਂਡ ਲਈ ਉੱਥੋਂ ਫੋਰੈਸਟ ਕੱਟਤਾ ਅਤੇ ਜਿਹੜਾ ਜੰਗਲ ਕੱਟਤਾ, ਫਿਰ ਆਪਾਂ ਉੱਥੇ ਦੁਬਾਰਾ ਤੋਂ ਫਿਰ ਜਿਹੜੀ ਹੈ ਰਾਈਸ ਬੀਜਤੀ। ਤਾਂ ਇਹ ਜਿਹੜਾ ਹੈ ਤਰੀਕਾ ਹੈ ਕਿ ਲੈਂਡ ਦੀ ਸ਼ਿਫਟਿੰਗ ਹੋ ਰਹੀ ਹੈ।
ठीक है। ਤੁਸੀਂ ਪਹਿਲਾਂ ਇੱਕ ਜਗ੍ਹਾ 'ਤੇ ਲਾਈ, ਉਹਦੇ ਨਿਊਟਰੈਂਟਸ ਖਤਮ ਹੋ ਗਏ, ਸੋਇਲ ਫਰਟੀਲਿਟੀ ਲੋਸ ਹੋ ਗਈ, ਤੇ ਦੂਜੀ ਜਿਹੜੀ ਹੈ ਲੈਂਡ ਦੇ ਉੱਪਰ ਤੁਸੀਂ ਆ ਫਿਰ ਬੀਜਣੀ ਸ਼ੁਰੂ ਕਰਤੀ, ਦੈਟ ਇਜ਼ ਨੋਨ ਐਜ਼ ਸ਼ਿਫਟਿੰਗ ਕਲਟੀਵੇਸ਼ਨ। ਔਰ ਸ਼ਿਫਟਿੰਗ ਕਲਟੀਵੇਸ਼ਨ ਕੀ ਕਰਦੀ ਹੈ, ਦੈਟ ਲੀਡਸ ਟੂ ਡੀਫੋਰੈਸਟੇਸ਼ਨ। ਡੀਫੋਰੈਸਟੇਸ਼ਨ ਕਰ ਰਹੀ ਹੈ ਨਾ, ਡੀਫੋਰੈਸਟੇਸ਼ਨ ਮਤਲਬ ਤੁਹਾਡਾ ਫੋਰੈਸਟ ਜਿਹੜਾ ਜੰਗਲ ਕੱਟਿਆ ਜਾ ਰਿਹਾ, ਜੰਗਲ ਕੱਟਤਾ ਨਾ ਆਪਾਂ, ਦੈਟ ਇਜ਼ ਡੀਫੋਰੈਸਟੇਸ਼ਨ। ਠੀਕ ਹੈ। ਡੀਫੋਰੈਸਟੇਸ਼ਨ ਕੀ ਹੁੰਦਾ ਕਿ ਆਪਾਂ ਜੰਗਲ ਜਿਹੜਾ ਹੈ ਉਹ ਆਪਾਂ ਰਿਮੂਵ ਕਰਤਾ, ਫੋਰੈਸਟ ਰਿਮੂਵ ਕਰਤਾ, ਉਹਨਾਂ ਦੀ ਜਿਹੜੀ ਆਪਾਂ ਜੰਗਲ ਕੱਟ ਦਿੱਤੇ, ਡੀਫੋਰੈਸਟੇਸ਼ਨ। ਨੈਕਸਟ ਤੁਸੀਂ ਕੀ ਲਾਇਆ, ਟਰੀਜ਼ ਲਾਤੇ, ਫਰੂਟ ਟਰੀਜ਼ ਲਾਤੇ, ਕਰੋਪਸ ਲਾਤੇ। ਕਰੋਪਸ ਤੋਂ ਕੀ ਆ ਗਿਆ, ਦੈਟ ਇਜ਼ ਐਗਰੀ। ਐਗਰੀ ਆ ਗਿਆ ਮਤਲਬ ਇਹਦੇ 'ਚ ਕਰੋਪਸ ਆ ਗਈਆਂ। ਸਿਲਵੀ ਆ ਗਿਆ, ਸਿਲਵੀ ਮਤਲਬ ਤੁਸੀਂ ਫੋਰੈਸਟ ਟਰੀਜ਼ ਲਾਤੇ। ਸਿਲਵੀ ਕਲਚਰ ਦਾ ਸਟੱਡੀ ਆਫ ਫੋਰੈਸਟ ਟਰੀਜ਼, ਠੀਕ ਹੈ, ਇਜ਼ ਨੋਨ ਐਜ਼ ਸਿਲਵੀ ਕਲਚਰ। ਓਕੇ, ਦ ਸਟੱਡੀ ਆਫ ਫੋਰੈਸਟ ਇਜ਼ ਨੋਨ ਐਜ਼ ਸਿਲਵੀ ਕਲਚਰ। ਐਂਡ ਹੋਰਟੀਕਲਚਰ ਦੇ ਅੰਦਰ ਕੀ ਆ ਗਿਆ, ਫਰੂਟ ਟਰੀਜ਼ ਆ ਗਏ। ਜਿਹੜੇ ਫਰੂਟ ਟਰੀਜ਼ ਹੈ ਉਹ ਹੋਰਟੀਕਲਚਰ 'ਚ ਆ ਗਏ, ਕਰੋਪਸ ਜਿਹੜੇ ਐਗਰੀ 'ਚ ਆ ਗਏ, ਐਂਡ ਜਿਹੜੇ ਸਿਲਵੀ ਆ ਉਹ ਟਰੀਜ਼ ਦੇ ਅੰਦਰ ਆ ਗਏ। ਦ ਸਟੱਡੀ ਆਫ ਟਰੀਜ਼, ਫੋਰੈਸਟ ਟਰੀਜ਼ ਇਜ਼ ਨੋਨ ਐਜ਼ ਸਿਲਵੀ ਕਲਚਰ। So agri, silvi, horticulture is our right answer. Next, trees plus crops plus pasture and animals. ठीक है, trees है, crops है, pasture, animals वगैरह है, तो ये जड़ा कादे अंदर आंदा, एग्री सिल्वी कल्चर। ट्रीज है, क्रॉप्स है एंड ਪਾਸਚਰ ਐਨੀਮਲਸ ਜਿਹੜੇ ਆ। ਦੇਖੋ ਇਹਦੇ ਵਿੱਚ ਇੱਕ ਚੀਜ਼ ਹੋਰ ਐਡ ਕਰਨੀ ਪਊਗੀ, ਇੱਥੇ ਤੁਸੀਂ ਲਿਖ ਲੈਣਾ, ਵੇਟ, ਇੱਥੇ ਪਾਸਚਰ ਵੀ ਆ ਜਾਏਗਾ। ਓਕੇ, ਤੁਸੀਂ ਕਰੈਕਟ ਕਰ ਲੈਣਾ ਅਤੇ ਪਾਸਚਰ। ਹੁਣ ਤੁਸੀਂ ਕਰੋਪਸ ਲਾਈਆਂ ਤਾਂ ਤੁਸੀਂ ਇੱਥੇ ਦੇਖ ਲੈਣਾ ਐਗਰੀ ਆ ਗਿਆ, ਓਕੇ ਹੈ। ਸਿਲਵੀ ਕਲਚਰ ਆ ਗਿਆ ਕਿਉਂਕਿ ਟਰੀਜ਼ ਲੱਗੇ ਆ। ਐਂਡ ਪਾਸਚਰ ਜਾਂ ਐਨੀਮਲਸ ਹੈ, ਆਪਾਂ ਮੱਝਾਂ ਗਾਵਾਂ ਵੀ ਨਾਲ ਰੱਖੀਆਂ ਹੋਈਆਂ, ਦੈਟ ਇਜ਼ ਪਾਸਚਰ। ਮਤਲਬ ਜਿਹੜਾ ਹੈ ਫਾਰਮਰ ਤਿੰਨੇ ਚੀਜ਼ਾਂ ਕਰ ਰਿਹਾ, ਨਾਲ ਉਹ ਕਰੋਪਸ ਵੀ ਲਗਾ ਰਿਹਾ, ਨਾਲ ਉਹਨੇ ਫੋਰੈਸਟ ਟਰੀ ਵੀ ਲਾਇਆ, ਨਾਲ ਉਹਨੇ ਮੱਝਾਂ ਗਾਵਾਂ ਵੀ ਰੱਖਿਆ, ਪਾਸਚਰਸ ਵੀ ਹੈ, ਐਨੀਮਲਸ ਵੀ ਉਹਦੇ ਕੋਲ ਹੈ। ਤਾਂ ਉਹ ਤਿੰਨ ਤਰ੍ਹਾਂ ਦੀ ਖੇਤੀ ਕਰ ਰਿਹਾ, ਐਗਰੀ, ਸਿਲਵੀ ਐਂਡ ਪਾਸਚਰ। ਓਕੇ, ਇੱਦਾਂ ਦੇ ਕਰੋਪ ਕੰਬੀਨੇਸ਼ਨਸ ਹੁੰਦੇ ਆ, ਜਿਵੇਂ ਉੱਤੇ ਸੀਗੀ ਕਿ ਉਹ ਕਰੋਪਸ ਲਾਈ ਜਾਂਦਾ, ਨਾਲ ਉਹ ਫਰੂਟ ਟਰੀ ਲਗਾ ਰਿਹਾ, ਨਾਲ ਉਹ ਜਿਹੜੇ ਫੋਰੈਸਟ ਟਰੀ ਲਾ ਰਿਹਾ, ਤਾਂ ਉਹ ਸੀਗਾ ਐਗਰੀ ਸਿਲਵੀ ਹੋਰਟੀਕਲਚਰ। ਤਾਂ ਇਹ ਹੈ ਐਗਰੀ ਸਿਲਵੀ ਪਾਸਚਰ। ਇੱਥੇ ਪਾਸਚਰ ਹੋਊਗਾ, ਤੁਸੀਂ ਕਰੈਕਟ ਕਰ ਲੈਣਾ। ਨੈਕਸਟ, ਟਰੀਜ਼, ਪਾਸਚਰ, ਐਨੀਮਲਸ। ਟਰੀਜ਼ ਹੈ ਤਾਂ ਆ ਗਿਆ ਸਿਲਵੀ ਆ ਗਿਆ, ਪਾਸਚਰ ਐਨੀਮਲਸ ਹੈ ਤਾਂ ਪਾਸਚਰ ਆ ਗਿਆ। ਟਰੀਜ਼, ਪਾਸਚਰ, ਐਨੀਮਲਸ। ਠੀਕ ਹੈ, ਤਾਂ ਸਿਲਵੀ ਪਾਸਚਰ ਆ ਗਿਆ। ਸਿਲਵੀ ਆਪਾਂ ਨੂੰ ਕੀ ਪਤਾ ਵੀ ਫੋਰੈਸਟ ਟਰੀਜ਼ ਹੋ ਗਏ ਜਿਹੜੇ, ਉਹਨਾਂ ਨੂੰ ਆਪਾਂ ਸਿਲਵੀ ਕਲਚਰ ਕਹਿੰਦੇ, ਤਾਂ ਸਿਲਵੀ ਆ ਗਿਆ। ਪਾਸਚਰ ਐਨੀਮਲਸ ਵਗੈਰਾ ਹੈ ਤਾਂ ਇਹ ਪਾਸਚਰ ਆ ਗਿਆ। ਆਈ ਹੋਪ ਸਭ ਨੂੰ ਸੈਸ਼ਨ ਬਹੁਤ ਅੱਛਾ ਲੱਗ ਰਿਹਾ ਹੋਏਗਾ। ਤੁਸੀਂ ਗਾਈਜ਼ ਜਿਹੜਾ ਹੈ ਪ੍ਰੋਪਰ ਵੱਧ ਤੋਂ ਵੱਧ ਜਿਹੜੀ ਇਨਫੋਰਮੇਸ਼ਨ ਅਵੇਲ ਕਰਨ ਦੀ ਕੋਸ਼ਿਸ਼ ਕਰਨੀ ਹੈ, ਕਿਉਂਕਿ ਤੁਹਾਡੇ ਐਗਜ਼ਾਮ ਦੇ ਓਰੀਐਂਟਿਡ ਕੁਐਸਚਨ ਹੈ, ਤੁਹਾਡੇ ਲਈ ਬਹੁਤ ਇੰਪੋਰਟੈਂਟ ਰਹਿ ਰਿਹਾ ਇਹ। ਓਕੇ, ਸੋ ਨਾਓ ਮੂਵ ਟੂ ਨੈਕਸਟ ਕੁਐਸਚਨ, that is fruit trees plus honey bees। ਉਹਨੇ ਜਿਹੜਾ ਕੋਈ ਫਾਰਮਰ ਹੈ, ਮੰਨ ਲਓ ਫਰੂਟ ਟਰੀਜ਼ ਉਹ ਬਾਗ ਹੈ, ਉਹਦੇ ਨਾਲ ਉਹਨੇ ਹਨੀ ਬੀਜ਼ ਦੀ ਪ੍ਰੋਡਕਸ਼ਨ ਕਰ ਰਿਹਾ, ਹਨੀ ਪ੍ਰੋਡਿਊਸ ਕਰ ਰਿਹਾ। ਠੀਕ ਹੈ, ਤਾਂ ਇਹ ਹੋਟੀ ਹੁੰਦਾ ਅਤੇ ਐਪੀਕਲਚਰ ਹੁੰਦਾ। ਹੋਟੀ ਆ ਗਿਆ, ਫਰੂਟ ਟਰੀਜ਼ ਆ ਗਏ, ਐਪੀਕਲਚਰ ਹੋ ਗਿਆ ਦ ਸਟੱਡੀ ਆਫ ਹਨੀ ਬੀਜ਼ ਇਜ਼ ਨੋਨ ਐਜ਼, ਜਾਂ ਆਪ ਕਹਿ ਸਕਦੇ ਸਟੱਡੀ ਆਫ ਬੀ ਕੀਪਿੰਗ, ਕਿ ਠੀਕ ਹੈ ਮੱਖੀਆਂ ਦਾ ਪਾਲਣ ਪੋਸ਼ਣ ਕਰਨਾ ਜਿਹੜਾ ਹੈਗਾ ਤਾਂ ਕਿ ਆਪਾਂ ਹਨੀ ਪ੍ਰੋਡਿਊਸ ਕਰ ਸਕੀਏ, ਇਜ਼ ਨੋਨ ਐਜ਼ ਐਪੀਕਲਚਰ। ਤਾਂ ਉਹਦੀ ਐਪੀਕਲਚਰ ਕਹਿੰਦੇ ਆ। ਦ ਸਟੱਡੀ ਆਫ ਬੀ ਕੀਪਿੰਗ ਇਜ਼ ਨੋਨ ਐਜ਼ ਐਪੀਕਲਚਰ। ਤਾਂ ਹੋਟੀ ਐਪੀਕਲਚਰ ਅਵਰ ਰਾਈਟ ਆਨਸਰ, ਕਿ ਹੋਟੀ ਦੇ ਵਿੱਚ ਆ ਗਿਆ ਫਰੂਟ ਟਰੀਜ਼ ਐਂਡ ਹਨੀ ਬੀਜ਼ ਆ ਗਈਆਂ ਐਪੀਕਲਚਰ ਦੇ ਅੰਡਰ। ਓਕੇ, ਹੋਟੀ ਐਪੀਕਲਚਰ, ਹੋਟੀ ਐਪੀਕਲਚਰ ਇਜ਼ ਅਵਰ ਰਾਈਟ ਆਨਸਰ। So now move to next question, that is trees plus fishes। trees ਹੈ ਪਲਸ ਫਿਸ਼ਿਜ਼ ਹੈ ਉਹਦੇ ਕੋਲ। ਠੀਕ ਹੈ, ਮੰਨ ਲਓ ਟਰੀਜ਼ ਹੈ, ਨਾਲ ਉਹ ਫਿਸ਼ਿਜ਼ ਰੱਖੀਆਂ ਹੋਈਆਂ ਉਹਨੇ, ਤਾਂ ਦੈਟ ਇਜ਼ ਐਕਵਾ ਫੋਰੈਸਟਰੀ। ਐਕਵਾ ਫੋਰੈਸਟਰੀ, ਐਕਵਾ ਆ ਗਿਆ ਫਿਸ਼ਿਜ਼ ਵਾਸਤੇ ਐਂਡ ਟਰੀਜ਼ ਆ ਗਿਆ ਫੋਰੈਸਟਰੀ ਲਈ। ਓਕੇ, ਐਕਵਾ ਫੋਰੈਸਟਰੀ, ਟਰੀਜ਼ ਪਲਸ ਫਿਸ਼ਿਜ਼, ਐਕਵਾ ਫੋਰੈਸਟਰੀ, ਦੈਟ ਇਜ਼ ਐਕਵਾ
forestry. Now move to next question, that is forestries plus pasture. ਫੋਰੈਸਟਰੀਜ਼ ਪਲਸ ਪਾਰਸ਼ਰ ਕੀ ਹੋਊਗਾ, ਫੋਰੈਸਟਰੀ ਦੇ ਵਿੱਚ ਆ ਗਿਆ ਫੋਰੇਜ ਕ੍ਰੌਪਸ ਆ ਗਈਆਂ, ਫੋਡਰ ਵਗੈਰਾ ਚਾਰਾ ਆ ਗਿਆ, ਨਾਲ ਜਿਹੜਾ ਹੈ ਤੁਹਾਡਾ ਪਾਸਚਰ ਹੈ, ਤੁਸੀਂ ਨਾਲ ਇੱਥੇ ਕੀ ਕਰ ਲੈਣਾ, ਪਾਸਚਰ ਵੀ ਆ ਜਾਏਗਾ ਇਹ। ਓਕੇ, ਨਾਲ ਮਤਲਬ ਉਹਨੇ ਫੋਰੈਸਟ ਟਰੀਜ਼ ਲਗਾਏ ਹੋਏ ਆ, ਫੋਰੇਜ ਟਰੀਜ਼ ਲਗਾਏ ਹੋਏ ਆ। ਓਕੇ, ਆ ਨਹੀਂ ਆਣਾ, ਫੋਰੈਸਟਰੀ ਨਹੀਂ ਆਣਾ, ਫੋਰੇਜ ਪਾਸਚਰ ਇਜ਼ ਅਵਰ ਰਾਈਟ ਆਨਸਰ। ਠੀਕ ਹੈ ਗਾਈਜ਼, ਇਹਨਾਂ ਦੇ ਵਿੱਚ ਥੋੜ੍ਹੀ ਪ੍ਰੋਬਲਮ ਹੈ, ਤੁਸੀਂ ਚੈੱਕ ਕਰ ਲੈਣਾ, ਕਰੈਕਟ ਕਰ ਲੈਣਾ, ਤੁਸੀਂ ਬਸ ਇੱਥੋਂ ਇਹੀ ਕੰਬੀਨੇਸ਼ਨ ਤੋਂ ਲੈਣਾ। ਫੋਰੇਜ ਟਰੀਜ਼, ਫੋਰੇਜ ਟਰੀਜ਼ ਕਿਹੜੇ ਆ ਗਏ, ਫੋਰੇਜ ਟਰੀਜ਼ ਆ ਗਏ ਲਾਈਕ ਫੋਰੇਜ ਟਰੀਜ਼ ਉਹ ਵਾਲੇ ਟਰੀਜ਼ ਜਿਹੜੇ ਗਰੋ ਕੀਤੇ ਗਏ ਹੈ ਫੋਰ ਦਾ ਪਰਪਜ਼ ਆਫ ਆਪਾਂ ਜਿਹੜੇ ਚਾਰੇ ਵਾਲੀਆਂ ਕ੍ਰੌਪਸ ਹੈ। ਠੀਕ ਹੈ, ਚਾਰੇ ਵਾਸਤੇ ਗਰੋ ਕੀਤੇ ਗਏ ਜਿਹੜੇ ਟਰੀਜ਼, ਦੈਟ ਇਜ਼ ਫੋਰੇਜ ਫੋਰੈਸਟਰੀ। ਇੱਥੇ ਫੋਰੇਜ ਫੋਰੈਸਟਰੀ ਆ ਸਕਦਾ, ਨਾਲ ਕੀ ਆਊਗਾ, ਪਾਸਚਰ, ਮਤਲਬ ਨਾਲ ਉਹਨੇ ਮੱਝਾਂ ਗਾਵਾਂ ਰੱਖੀਆਂ ਹੋਈਆਂ, ਐਨੀਮਲਸ ਰੱਖੇ ਹੋਏ ਆ, ਪਾਸਚਰ ਰੱਖੇ ਹੋਏ ਆ, ਨਾਲ ਕੀ ਉਹਨੇ ਚਾਰੇ ਵਾਲੇ ਟਰੀਜ਼ ਵੀ ਲਗਾਏ ਹੋਏ ਆ। ਤਾਂ ਫੋਰੇਜ ਫੋਰੈਸਟਰੀ ਹੋ ਗਿਆ ਚਾਰੇ ਵਾਲੇ ਟਰੀਜ਼, ਐਂਡ ਨਾਲ ਪਾਸਚਰ ਜਿਹੜੇ ਹੈ ਐਨੀਮਲਸ ਆਉਣਗੇ। ਨੈਕਸਟ ਇਜ਼ ਟਰੀਜ਼ ਪਲਸ ਕ੍ਰੌਪਸ ਡਿਊਰਿੰਗ ਇਨੀਸ਼ੀਅਲ ਈਅਰਸ। ਟਰੀਜ਼ ਲਾਏ ਆ ਅਤੇ ਕ੍ਰੌਪਸ ਲਾਏ ਆ ਇਨੀਸ਼ੀਅਲ ਈਅਰਸ ਦੇ, ਸਟਾਰਟਿੰਗ ਦੇ ਈਅਰਸ ਦੇ ਵਿੱਚ ਉਹਨੇ ਜਿਹੜੇ ਹੈ ਮਤਲਬ ਜਦੋਂ ਆਪਾਂ ਕੋਈ ਟਰੀਜ਼ ਲਾਏ ਤਾਂ ਕੁਛ ਪਹਿਲੇ ਸਾਲ ਕੁਛ ਇੱਦਾਂ ਦੇ ਟਰੀਜ਼ ਵੀ ਲਾਤੇ ਜਿਹੜੇ ਹੈ ਆਪਾਂ ਨੂੰ ਆਪਣੇ ਲਈ ਇੰਪੋਰਟੈਂਟ ਹੈ, ਐਂਡ ਉਹਨਾਂ ਦਾ ਛੋਟਾ ਲਾਈਫ ਸਾਈਕਲ ਹੈ, ਉਹ ਜਲਦੀ ਜਿਹੜੇ ਫਰੂਟਿੰਗ ਦੇ ਦੇਣਗੇ। ਤਾਂ ਇਹ ਇੱਦਾਂ ਦੀ ਕੀ ਕਹਿੰਦੇ ਇਹਨੂੰ, ਐਨਰਜੀ ਪਲਾਂਟੇਸ਼ਨ। ਟਰੀਜ਼ ਪਲਸ ਕ੍ਰੌਪਸ ਡਿਊਰਿੰਗ ਇਨੀਸ਼ੀਅਲ ਈਅਰ, ਜਿਹੜੇ ਮਤਲਬ ਆਪਾਂ ਨਾਲ ਟਰੀਜ਼ ਲਾਤੇ, ਨਾਲ ਕੁਛ ਇੱਦਾਂ ਦੀਆਂ ਛੋਟੀਆਂ ਕ੍ਰੌਪਸ ਲਾਤੀਆਂ ਜਿਹੜੀਆਂ ਆਪਾਂ ਕਹਿੰਦੇ ਜਲਦੀ ਆਪਾਂ ਉਹਨਾਂ ਨੂੰ 6 ਮਹੀਨੇ ਸਾਲ ਦੇ ਵਿੱਚ ਲੈ ਲੈਣਾ। ਪਰ ਟਰੀਜ਼ ਦਾ ਤਾਂ ਡਿਊਰੇਸ਼ਨ ਲੰਬੀ ਹੁੰਦੀ ਆ, ਉਹਨਾਂ ਦੀ ਫਰੂਟਿੰਗ ਜਿਹੜੀ ਹੈ ਕਾਫੀ ਟਾਈਮ ਬਾਅਦ ਹੁੰਦੀ ਆ, ਤਾਂ ਇੱਦਾਂ ਦੀ ਕੀ ਹੈ, ਐਨਰਜੀ ਪਲਾਂਟੇਸ਼ਨ। ਓਕੇ ਗਾਈਜ਼, ਆਈ ਹੋਪ ਸਭ ਨੂੰ ਸੈਸ਼ਨ ਅੱਛਾ ਲੱਗ ਰਿਹਾ ਹੋਵੇਗਾ। ਗਾਈਜ਼ ਇਹ ਨਵੇਂ ਕੁਐਸਚਨਸ ਆ ਕਿਉਂਕਿ ਇਹ ਤੁਹਾਡੇ ਐਗਜ਼ਾਮ ਓਰੀਐਂਟਿਡ ਕੁਐਸਚਨ, ਦਿਸ ਇਜ਼ ਰਿਲੇਟਿਡ ਟੂ ਦ ਐਗਰੋ ਫੋਰੈਸਟਰੀ। ਠੀਕ ਹੈ, ਜੋ ਐਗਰੀਕਲਚਰ ਪਲਸ ਫੋਰੈਸਟਰੀ, ਮਤਲਬ ਆਪਾਂ ਕ੍ਰੋਪਸ ਤਾਂ ਲਾਣੀਆਂ ਲਾਣੀਆਂ, ਨਾਲ ਆਪਾਂ ਕੀ ਕਹਿ ਰਹੇ ਹਾਂ, ਨਾਲ ਕੀ ਗਰੋ ਕੀਤਾ ਹੋਇਆ ਆਪਾਂ ਜਿਹੜੇ ਹਨ ਟਰੀਜ਼ ਗਰੋ ਕੀਤੇ ਹੋਏ, ਫੋਰੈਸਟ ਟਰੀਜ਼ ਗਰੋ ਕੀਤੇ ਆ, ਦੈਟ ਇਜ਼ ਐਗਰੋ ਫੋਰੈਸਟਰੀ। ਸੋ ਇੱਦਾਂ ਦੇ ਕੰਬੀਨੇਸ਼ਨ ਤੁਹਾਨੂੰ ਪੇਪਰ ਦੇ ਵਿੱਚ ਜ਼ਰੂਰ ਮਿਲੂਗਾ ਇੱਕ ਦੋ, ਕਿਉਂਕਿ ਇਹ ਕੰਬੀਨੇਸ਼ਨ ਇੰਪੋਰਟੈਂਟ ਹੈ ਵੀ ਕਿਹਦੇ ਵਿੱਚ ਜਿਹੜੀ ਹੈ ਐਗਰੋ ਸਿਲਵੀ ਪਾਸਚਰ ਕੀ ਹੁੰਦਾ, ਐਗਰੋ ਹੋਟੀ ਕੀ ਹੁੰਦਾ। ਤਾਂ ਇਹ ਤੁਸੀਂ ਬਸ ਇੰਡੀਕੇਸ਼ਨ ਹੋਣੀ ਚਾਹੀਦੀ ਹੈ ਕਿ ਹੋਟੀ ਦੇ ਵਿੱਚ ਜਿਹੜੇ ਫੋਰੈਸਟ ਜਿਹੜੇ ਫਰੂਟ ਟਰੀਜ਼ ਨਾਲ ਆ ਜਾਣਗੇ, ਪਾਸਚਰ ਹੈ ਤਾਂ ਮਤਲਬ ਉਹਨੇ ਐਨੀਮਲਸ ਨਾਲ ਆ ਜਾਣਗੇ। ਤਾਂ ਇਹ ਚੀਜ਼ਾਂ ਦੀ ਤੁਹਾਨੂੰ ਪਹਿਚਾਣ ਹੋਣੀ ਚਾਹੀਦੀ ਹੈ, ਬਹੁਤ ਈਜ਼ੀ ਹੈ। ਇਸ ਕਰਕੇ ਮੈਂ ਜਿਹੜੇ ਹੈ ਥੋੜ੍ਹੇ ਜਿਹੇ ਕ੍ਰੌਪ ਕੰਬੀਨੇਸ਼ਨਸ ਲੈ ਕੇ ਆਈ ਹਾਂ ਜਿਹੜੇ ਕਿ ਤੁਹਾਡੇ ਲਈ ਇੰਪੋਰਟੈਂਟ ਹੈ। ਠੀਕ ਹੈ, ਟਰੀਜ਼ ਨੈਕਸਟ ਇਜ਼ ਟਰੀਜ਼ ਇਜ਼ ਔਨ ਬਾਊਂਡਰੀ। ਟਰੀਜ਼ ਬਾਊਂਡਰੀਜ਼ 'ਤੇ ਲੱਗੇ ਹੋਏ ਆ, ਪਲੱਸ ਕ੍ਰੌਪਸ ਲਾਈਆਂ ਹੋਈਆਂ ਉਹਨੇ। ਠੀਕ ਹੈ, ਕੋਈ ਵੀ ਫਾਰਮਰ ਨੇ ਕ੍ਰੌਪਸ ਲਾਈਆਂ ਤੁਸੀਂ ਸਪੋਜ਼ ਕਰੋ, ਐਂਡ ਨਾਲ ਜਿਹੜੇ ਉਹਨੇ ਟਰੀਜ਼ ਆ ਉਹਨੇ ਬਾਊਂਡਰੀ 'ਤੇ ਲਾਏ, ਦੈਟ ਇਜ਼ ਬਾਊਂਡਰੀ ਪਲਾਂਟੇਸ਼ਨ। ਤਾਂ ਉਹਨੂੰ ਕੀ ਕਹਾਂਗੇ, ਬਾਊਂਡਰੀ ਪਲਾਂਟੇਸ਼ਨ ਕਹਾਂਗੇ। ਠੀਕ ਹੈ, ਇੱਥੇ ਸੀ ਕਿ ਉਹਨੇ ਟਰੀਜ਼ ਲਾਏ ਹੋਏ ਆ, ਨਾਲ ਕ੍ਰੌਪਸ ਗਰੋ ਕੀਤੀਆਂ ਹੋਈਆਂ ਉਹਦੇ ਜਦੋਂ ਟਰੀਜ਼ ਦੇ ਇਨੀਸ਼ੀਅਲ ਈਅਰਸ ਦੇ ਵਿੱਚ। ਠੀਕ ਹੈ, ਹਾਲੇ ਉਹਦੀ ਫਰੂਟਿੰਗ ਨਹੀਂ ਹੋਈ ਟਰੀਜ਼ ਦੇ ਨਾਲ, ਉਹਦੇ ਸਟਾਰਟਿੰਗ ਵਾਲੇ ਈਅਰਸ ਦੇ ਵਿੱਚ ਉਹਨੇ ਜਿਹੜੀਆਂ ਨਾਲ ਕ੍ਰੌਪਸ ਗਰੋ ਕਰ ਲਈਆਂ, ਦੈਟ ਇਜ਼ ਐਨਰਜੀ ਪਲਾਂਟੇਸ਼ਨ। ਅਤੇ ਜੇ ਟਰੀਜ਼ ਨੂੰ ਉਹਨੇ ਬਾਊਂਡਰੀਜ਼ 'ਤੇ ਲਾਇਆ, ਦੈਟ ਇਜ਼ ਬਾਊਂਡਰੀ ਪਲਾਂਟੇਸ਼ਨ। ਠੀਕ ਹੈ, ਕ੍ਰੌਪਸ ਗਰੋ ਕੀਤੀਆਂ ਪਰ ਜਿਹੜੇ ਉਹ ਪੇੜ ਹੈ ਉਹ ਉਹਨੇ ਬਾਊਂਡਰੀਆਂ 'ਤੇ ਲਾਏ ਹੋਏ, ਦੈਟ ਇਜ਼ ਬਾਊਂਡਰੀ ਪਲਾਂਟੇਸ਼ਨ। ਓਕੇ ਗਾਈਜ਼, ਨੈਕਸਟ ਫਾਸਟ ਗਰੋਇੰਗ ਫਰੂਟ ਟਰੀਜ਼ ਸਪੀਸੀਜ਼। ਫਾਸਟ ਗਰੋਇੰਗ ਫਰੂਟ ਸਪੀਸੀਜ਼ ਕਿਹੜੀ ਹੁੰਦੀ ਹੈ, ਜਿਹੜੀ ਜਲਦੀ ਜਿਹੜੀਆਂ ਫਾਸਟ ਗਰੋਇੰਗ ਫੋਰੈਸਟ ਟਰੀ ਸਪੀਸੀਜ਼ ਕਿਹੜੀਆਂ, ਇੱਦਾਂ ਦੀ ਫੋਰੈਸਟ ਟਰੀ ਦੀ ਸਪੀਸੀਜ਼ ਦੱਸੋ, ਮਤਲਬ ਆਪਾਂ ਕਹਿ ਸਕਦੇ ਹਾਂ ਫੋਰੈਸਟ ਟਰੀ ਦੱਸੋ ਜਿਹੜਾ ਕਿ ਫਾਸਟ ਗਰੋਇੰਗ ਹੁੰਦਾ। ਠੀਕ ਹੈ, ਬਹੁਤ ਜਲਦੀ ਉਹਦੀ ਗਰੋਥ ਹੁੰਦੀ ਹੈ, ਉਹ ਜਲਦੀ ਹੁੰਦਾ, ਦੈਟ ਇਜ਼ ਓਕੈਲਪਟਸ ਸਪੀਸੀਜ਼। ਓਕੈਲਪਟਸ ਸਪੀਸੀਜ਼ ਸਫੇਦਾ। ਠੀਕ ਹੈ, ਸਫੇਦਾ ਹੈ, ਓਕੈਲਪਟਸ ਸਪੀਸੀਜ਼ ਹੈ ਜਿਹੜਾ ਬਹੁਤ ਜਿਹੜਾ ਤੇਜ਼ ਆਪਾਂ ਕਹਿੰਦੇ ਹਾਂ ਦੀ ਗਰੋਥ ਹੁੰਦੀ ਹੈ, ਫਾਸਟ ਗਰੋਇੰਗ ਹੁੰਦਾ ਇਹ ਬਹੁਤ ਜ਼ਿਆਦਾ। ਫਾਸਟ ਗਰੋਇੰਗ ਫੋਰੈਸਟ ਟਰੀ ਸਪੀਸੀਜ਼ ਹੈ, ਦੈਟ ਇਜ਼ ਓਕੈਲਪਟਸ। ਓਕੈਲਪਟਸ ਇਜ਼ ਸਫੇਦਾ, ਸਫੇਦਾ ਸਫੇਦਾ ਟਰੀ ਹੈ। ਨੈਕਸਟ ਆਇਲ ਪਰਸੈਂਟੇਜ ਇਨ ਰਤਨਜੋਤ। ਆਇਲ ਪਰਸੈਂਟੇਜ ਕਿੰਨੀ ਹੈ ਰਤਨਜੋਤ ਦੇ ਵਿੱਚ,
ਰਤਨਜੋਤ ਜਾਂ ਡਿਟਰੋਫਾ ਸਪੀਸੀਜ਼ ਹੈ, ਠੀਕ ਹੈ। ਇੱਕ ਆਪਾਂ ਕਹਿੰਦੇ ਹਾਂ ਜਟਰੋਫਾ ਪਲਾਂਟ ਹੁੰਦਾ, ਇਹ ਬਾਇਓਫਿਊਲ ਪਲਾਂਟ ਹੈ, ਇੱਕ ਫਿਊਲ ਦਾ ਜਿਹੜਾ ਕੰਮ ਕਰਦਾ। ਇਹ ਇੱਦਾਂ ਦਾ ਆਇਲ ਇਹ ਪਲਾਂਟ ਤੋਂ ਐਕਸਟਰੈਕਟ ਕੀਤਾ ਜਾਂਦਾ ਔਰ ਉਹ ਆਇਲ ਨੂੰ ਫਿਊਲ ਪਰਪਜ਼ ਵਿੱਚ ਯੂਜ਼ ਕੀਤਾ ਜਾਂਦਾ, ਠੀਕ ਹੈ। ਇਨ ਅਲਟਰਨੇਟਿਵ ਟੂ ਆਪਾਂ ਕਹਿੰਦੇ ਹਾਂ ਪੈਟਰੋਲ ਡੀਜ਼ਲ ਦੀ ਜਗ੍ਹਾ 'ਤੇ ਉਹ ਜਿਹੜਾ ਹੈ ਯੂਜ਼ ਕੀਤਾ ਜਾਂਦਾ ਐਜ਼ ਅ ਫਿਊਲ ਪਰਪਜ਼। ਜਟਰੋਫਾ ਜਿਹੜਾ ਹੈਗਾ ਬਾਇਓਫਿਊਲ ਪਲਾਂਟ ਹੈ, ਠੀਕ ਹੈ। ਇਹਦੇ 'ਚ ਆਇਲ ਪਰਸੈਂਟੇਜ ਕਿੰਨੀ ਹੁੰਦੀ ਹੈ, ਜਿਹੜਾ ਸੀਡ ਹੈ ਉਹਦੇ ਤੋਂ 35% ਆਪਾਂ ਕਹਿ ਸਕਦੇ ਹਾਂ ਆਇਲ ਮਿਲਦਾ, ਜੋ ਕਿ ਹੈ ਐਜ਼ ਆ ਫਿਊਲ ਪਰਪਜ਼ ਦੇ ਵਿੱਚ ਯੂਜ਼ ਕੀਤਾ ਜਾਂਦਾ। ਦੈਟ ਇਜ਼ 35% ਫਰੋਮ ਸੀਡ ਹੈ ਉਹ ਤੋਂ 35% ਜਿਹੜਾ ਆਇਲ ਮਿਲਦਾ। ਸੀਡ ਹੈ ਉਹਦੇ ਤੋਂ ਕਿੰਨਾ ਮਿਲਦਾ, 35% ਆਇਲ ਮਿਲਦਾ ਸੀਡ ਤੋਂ। ਦੈਟ ਇਜ਼ ਜਟਰੋਫਾ ਸਪੀਸੀਜ਼, ਜਟਰੋਫਾ ਪਲਾਂਟ ਤੋਂ 35% ਆਇਲ ਜਿਹੜਾ ਹੈ ਮਿਲਦਾ। ਨੈਕਸਟ, ਆਈ ਹੋਪ ਸਭ ਨੂੰ ਸੈਸ਼ਨ ਅੱਛਾ ਲੱਗ ਰਿਹਾ ਹੋਵੇਗਾ ਗਾਈਜ਼। ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ, ਤੁਸੀਂ ਇੱਕ ਇੱਕ ਕੁਐਸਚਨ ਜੋ ਆਪਣੀ ਕਾਪੀ 'ਤੇ ਨੋਟ ਕਰ ਲੈਣਾ, ਤੁਹਾਡੇ ਲਈ ਬਹੁਤ ਇੰਪੋਰਟੈਂਟ ਹੈ। ਨੈਕਸਟ 32nd question, that is forestry outside the conventional forest। ਮੈਂ forestry ਕੀਤੀ ਹੈ ਪਰ outside the conventional forest ਤੋਂ ਬਾਹਰ, which aims at providing continuous flow of goods and services for the benefit of people ਦੇ ਬੈਨੀਫਿਟਸ ਲਈ ਇੱਦਾਂ ਦਾ ਫੋਰੈਸਟ ਜਿਹੜਾ ਗਰੋ ਕੀਤਾ ਲੋਕਾਂ ਲਈ, ਠੀਕ ਹੈ, ਲੋਕਾਂ ਦੇ ਬੈਨੀਫਿਟ ਲਈ, ਤਾਂ ਕਿ ਉਹਦੇ ਤੋਂ ਜਿਹੜੇ ਪ੍ਰੋਡਕਟਸ ਮਿਲਣ ਉਹਨਾਂ ਨੂੰ ਆਪਾਂ ਸੇਲ ਕਰ ਸਕੀਏ ਐਂਡ ਲੋਕਾਂ ਦਾ ਜਿਹੜਾ ਬੈਨੀਫਿਟ ਹੋ ਸਕੇ। ਮਤਲਬ ਆਪਾਂ ਆਪਦੇ ਲਈ ਉਹਨੂੰ ਗਰੋ ਨਹੀਂ ਕੀਤਾ, ਆਪਾਂ ਐਜ਼ ਅ ਕਮਰਸ਼ੀਅਲ ਪਰਪਜ਼ ਵਾਸਤੇ ਕਹਿ ਸਕਦੇ ਹਾਂ, ਲੋਕਾਂ ਦੇ ਬੈਨੀਫਿਟ ਲਈ ਜਿਹੜੀਆਂ ਗਰੋ ਕੀਤਾ, ਤਾਂ ਕਿ ਉਹ ਤੋਂ ਜਿਹੜੇ ਪ੍ਰੋਡਕਟ ਮਿਲੂਗਾ ਉਹ ਲੋਕਾਂ ਨੂੰ ਆਪਾਂ ਸਪਲਾਈ ਕਰਨਾ, ਠੀਕ ਹੈ। ਸੋ ਦਿਸ ਇਜ਼ ਨੋਨ ਐਜ਼ ਸੋਸ਼ਲ ਫੋਰੈਸਟਰੀ। ਤਾਂ ਇਹਨੂੰ ਕੀ ਕਿਹਾ ਜਾਂਦਾ, ਇੱਕ ਤਰ੍ਹਾਂ ਦੀ ਸੋਸ਼ਲ ਫੋਰੈਸਟਰੀ ਕਿਹਾ ਜਾਂਦਾ, ਕਿ ਜਿਹੜੇ ਲੋਕਾਂ ਦੇ ਹਿੱਤ ਵਾਸਤੇ ਆਪਾਂ ਕੁਝ ਗਰੋ ਕਰੀ ਜਾਂਦੇ ਹਾਂ। ਦਿਸ ਇਜ਼ ਨੋਨ ਐਜ਼ ਸੋਸ਼ਲ ਫੋਰੈਸਟਰੀ। ਸੋਸ਼ਲ ਫੋਰੈਸਟਰੀ ਜਿਹੜਾ ਆਪਾਂ ਉਹਨਾਂ ਲਈ ਕੁਛ ਗਰੋ ਕਰ ਰਹੇ ਹਾਂ, ਦੈਟ ਇਜ਼ ਸੋਸ਼ਲ ਫੋਰੈਸਟਰੀ, ਠੀਕ ਹੈ। ਇੱਕ ਤਰ੍ਹਾਂ ਦਾ ਆਪਾਂ ਜਿਹੜਾ ਵੀ ਉਹ ਤੋਂ ਕੋਈ ਪ੍ਰੋਡਕਟ obtain ਕਰਾਂਗੇ ਤਾਂ ਉਹ ਆਪਾਂ ਲੋਕਾਂ ਨੂੰ ਜਿਹੜਾ ਹੈ ਦੇਵਾਂਗੇ। ਦਿਸ ਇਜ਼ ਸੋਸ਼ਲ ਫੋਰੈਸਟਰੀ। ਫੋਰੈਸਟ ਸਿਸਟਮ ਵਿਚ ਪ੍ਰਮੋਟ ਕਮਰਸ਼ੀਅਲ ਟਰੀ ਗਰੋਇੰਗ। ਇੱਦਾਂ ਦਾ ਇੱਕ ਫੋਰੈਸਟ ਸਿਸਟਮ ਜਿਹੜਾ ਕਿਹਨੂੰ ਪ੍ਰਮੋਟ ਕਰਦਾ, ਕਿ ਕਮਰਸ਼ੀਅਲ ਟਰੀ ਗਰੋਇੰਗ ਕਰਦੇ ਹਾਂ ਆਪਾਂ ਬਾਏ ਫਾਰਮਰਸ ਔਨ ਦੇਅਰ ਆਊਨ ਲੈਂਡ। ਉਹ ਆਪਦੀ ਲੈਂਡ ਦੇ ਉੱਪਰ ਜਿਹੜਾ ਹੈ ਉਹ ਆਪਣੇ ਲਈ ਕੁਛ ਗਰੋ ਕਰ ਰਿਹਾ। ਇੱਦਾਂ ਦਾ ਫੋਰੈਸਟ ਸਿਸਟਮ ਹੈ ਇਹ ਜਿਹੜਾ ਪ੍ਰਮੋਟ ਕਰਦਾ ਕਿ ਕਮਰਸ਼ੀਅਲ ਟਰੀ ਗਰੋਇੰਗ ਕਰਨੀ ਹੈ ਫਾਰਮਰ ਔਨ ਦੇਅਰ ਆਊਨ ਲੈਂਡ। ਉਹ ਆਪਦੀ ਲੈਂਡ 'ਤੇ ਗਰੋ ਕਰਦਾ, ਉਹ ਬਾਹਰਲੀ ਲੈਂਡ 'ਤੇ ਸੀਗਾ, ਠੀਕ ਹੈ। ਇਹ ਆਪਦੀ ਲੈਂਡ 'ਤੇ ਕੁਛ ਉਹਨੇ ਗਰੋ ਕੀਤਾ, ਫਾਰਮਰ ਨੇ ਕੁਛ ਕਮਰਸ਼ੀਅਲ ਪਰਪਜ਼ ਵਾਸਤੇ ਹੀ ਕੀਤਾ, ਠੀਕ ਹੈ, ਕੁਛ ਸੇਲ ਕਰਨ ਵਾਸਤੇ ਹੀ ਕੀਤਾ। ਕੁਛ ਇੱਦਾਂ ਦਾ ਉਹਨੇ ਫੋਰੈਸਟ ਸਿਸਟਮ ਚਲਾਇਆ ਕਿ ਉਹਨੇ ਆਪਦੀ ਲੈਂਡ ਦੇ ਉੱਪਰ ਮਤਲਬ ਟਰੀਜ਼ ਲਗਾਇਆ ਔਰ ਉਹਨੂੰ ਕਮਰਸ਼ੀਅਲ ਪਰਪਜ਼ ਵਾਸਤੇ ਉਹਨੇ ਸੇਲ ਕਰਨ ਵਾਸਤੇ ਜਿਹੜਾ ਹੈ ਆਪਦਾ ਫੋਰੈਸਟ ਲਗਾਇਆ ਔਰ ਆਪਦੀ ਲੈਂਡ ਦੇ ਉੱਪਰ ਲਗਾਇਆ। ਦੈਟ ਇਜ਼ ਨੋਨ ਐਜ਼ ਫਾਰਮ ਫੋਰੈਸਟਰੀ। ਦੈਟ ਇਜ਼ ਨੋਨ ਐਜ਼ ਫਾਰਮ ਫੋਰੈਸਟਰੀ ਕਿਹਾ ਜਾਂਦਾ, ਜਿਹੜਾ ਆਪਦੀ ਲੈਂਡ 'ਤੇ ਲਾਇਆ, ਆਪਦੇ ਫਾਰਮ 'ਚ ਲਾਇਆ, ਦੈਟ ਇਜ਼ ਫਾਰਮ ਫੋਰੈਸਟਰੀ। ਜੇ ਆਪਾਂ ਕਹਿ ਸਕਦੇ ਹਾਂ ਬਾਹਰਲੀ ਕਿਸੇ ਲੈਂਡ 'ਤੇ ਲਾਇਆ, ਕੋਈ ਪਬਲਿਕ ਲੈਂਡ ਹੈ ਉੱਥੇ ਲਗਾਇਆ, ਦੈਟ ਇਜ਼ ਸੋਸ਼ਲ ਫੋਰੈਸਟਰੀ ਕੀਤੀ ਗਈ ਹੈ, ਠੀਕ ਹੈ। ਲੋਕਾਂ ਦੇ ਹਿੱਤ ਵਾਸਤੇ ਕੁਛ ਗਰੋ ਕੀਤਾ ਗਿਆ, ਬਟ ਉਹ ਕੀਤਾ ਗਿਆ ਐਜ਼ ਆਪਾਂ ਕਹਾਂਗੇ ਕਿਸੇ ਸੋਸ਼ਲ ਲੈਂਡ ਦੇ ਉੱਪਰ ਹੀ ਕੀਤਾ ਗਿਆ, ਪਬਲਿਕ ਲੈਂਡ ਦੇ ਉੱਪਰ ਕੀਤਾ ਗਿਆ। ਅਗਰ ਆਪਦੇ ਫਾਰਮ 'ਚ ਆਪਾਂ ਲਾਇਆ ਕੁਛ ਕਮਰਸ਼ੀਅਲ ਪਰਪਜ਼ ਵਾਸਤੇ, ਦੈਟ ਇਜ਼ ਫਾਰਮ ਫੋਰੈਸਟਰੀ। ਅਗਰ ਦੂਸਰੀ ਲੈਂਡ ਹੈ ਦੈਟ ਇਜ਼ ਸੋਸ਼ਲ ਫੋਰੈਸਟਰੀ, ਓਕੇ ਨਾ। ਦੋਨਾਂ ਜਿਹੜੇ ਹੈ ਫਰਕ ਹੈ, ਤੁਸੀਂ ਧਿਆਨ ਨਾਲ ਦੇਖ ਲੈਣਾ। ਸੋ ਦੈਟਸ ਇਟ ਗਾਈਜ਼, ਇਟਸ ਅਵਰ ਲਾਸਟ ਕੁਐਸਚਨ। ਆਈ ਹੋਪ ਸਭ ਨੂੰ ਸੈਸ਼ਨ ਅੱਛਾ ਲੱਗਿਆ ਹੋਏਗਾ ਐਂਡ ਤੁਸੀਂ ਮੈਕਸਿਮਮ ਇਨਫੋਰਮੇਸ਼ਨ ਅਵੇਲ ਕਰਨ ਦੀ ਕੋਸ਼ਿਸ਼ ਕਰਨੀ ਹੈ। ਮੈਨੂੰ ਪਤਾ ਗਾਈਜ਼ ਅੱਜ ਜਿਹੜੇ ਕੁਐਸਚਨ ਥੋੜ੍ਹੇ ਡਿਫਰੈਂਟ ਸੀ ਕਿਉਂਕਿ ਫੋਰੈਸਟ ਰਿਲੇਟਡ ਸੀ ਐਂਡ ਤੁਸੀਂ ਹਰ ਕੁਐਸਚਨ ਨੂੰ ਚੰਗੀ ਤਰ੍ਹਾਂ ਦੁਬਾਰਾ ਦੇਖਣਾ, ਰਿਪੀਟ ਸੈਸ਼ਨ ਦੇਖਣਾ, ਕਿਉਂਕਿ ਇਹ ਸਾਰੇ ਜਿਹੜੇ ਹੈ ਕੁਐਸਚਨਸ ਐਗਰੋ ਫੋਰੈਸਟਰੀ ਦੇ ਰਿਲੇਟਡ ਹੈ ਐਂਡ ਫੋਰੈਸਟਰੀ ਤੁਹਾਡੇ ਪੇਪਰ ਦੇ ਵਿੱਚ ਆਉਣਾ, ਇਸ ਕਰਕੇ ਕੁਐਸਚਨ ਡਿਜ਼ਾਈਨ ਕੀਤੇ ਗਏ ਆ ਔਰ ਇਹ ਤੁਹਾਡੇ ਲਈ ਬਹੁਤ ਇੰਪੋਰਟੈਂਟ ਸੈਸ਼ਨ ਰਹਿਣ ਵਾਲਾ। ਇਹਨਾਂ 'ਚੋਂ 1-2 ਕੁਐਸਚਨਸ ਮਸਟ ਹੈ ਕਿ ਆ ਜਾਣਗੇ ਪੇਪਰ ਦੇ ਵਿੱਚ, ਤੁਸੀਂ ਧਿਆਨ ਨਾਲ ਸਾਰਾ ਸੈਸ਼ਨ ਦੇਖਣਾ। ਐਂਡ ਅਗਰ ਤੁਸੀਂ ਮੌਕ ਟੈਸਟ ਸੀਰੀਜ਼ ਜਾਂ ਫਿਰ ਕੁਝ ਕ੍ਰੈਸ਼ ਕੋਰਸ ਅਨਰੋਲ ਕਰਨਾ ਚਾਹੁੰਦੇ ਹੋ ਤਾਂ www.cbcexamguru.in 'ਤੇ ਵਿਜ਼ਿਟ ਕਰ ਸਕਦੇ ਹੋ ਐਂਡ ਕ੍ਰੈਸ਼ ਕੋਰਸਿਸ ਜਿਹੜੀ ਇਨਫੋਰਮੇਸ਼ਨ ਅਵੇਲ ਕਰ ਸਕਦੇ ਹੋ। ਫਰਦਰ ਇਨਫੋਰਮੇਸ਼ਨ ਲੈਣ ਲਈ ਤੁਸੀਂ ਕਾਲ ਵੀ ਕਰ ਸਕਦੇ ਹੋ, ਦੈਟ ਇਜ਼ 7814109600 'ਤੇ ਕਾਲ ਕਰਕੇ ਪ੍ਰੋਪਰ ਇਨਫੋਰਮੇਸ਼ਨ ਅਵੇਲ ਕਰ ਸਕਦੇ ਹੋ। ਓਕੇ ਗਾਈਜ਼, ਦੈਟਸ ਇਟ। ਆਈ ਹੋਪ ਸਭ ਨੂੰ ਸੈਸ਼ਨ ਅੱਛਾ ਲੱਗਿਆ ਹੋਏਗਾ। ਯੂ ਆਲ ਗਾਈਜ਼ ਵੈਰੀ ਵੈਲ ਗॉट इट।
Okay, thank you so much.